ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਸੋ ਜਿਵੇਂ ਕਿ ਆਪਾਂ ਇੱਕ ਪਲਾਨ ਕੀਤਾ ਹੋਇਆ ਹੈ PCS ਰਜਿਸਟਰ ਦਾ ਪੇਪਰ ਜਿਵੇਂ 15 ਅਕਤੂਬਰ ਨੂੰ ਫਿਕਸ ਕੀਤਾ ਹੈ, ਤਾਂ ਅਸੀਂ ਉਹਦੀ ਇੱਕ ਸੰਡੇ ਟੈਸਟ ਸੀਰੀਜ਼ ਲੈ ਕੇ ਆਏ ਹਾਂ, ਜਿਹਦੇ 'ਚ ਕਿ ਅਸੀਂ ਇੱਕ ਸਬਜੈਕਟ ਪਲੱਸ ਇੱਕ ਪੋਰਸ਼ਨ ਦੇ ਕਰੰਟ ਅਫੇਅਰਸ, ਬੇਸ਼ੱਕ ਇਹਦੇ 'ਚ 30 ਸਵਾਲ ਹੋਣਗੇ ਬਟ ਇਹ 15 ਸਤੰਬਰ ਤੱਕ ਤੁਹਾਡੇ ਇਹ ਸਾਰੇ ਟੈਸਟ ਤੁਹਾਡੀ ਦੁਬਾਰਾ ਇੱਕ ਵਾਰੀ ਰਿਵੀਜ਼ਨ ਕਰਾ ਦੇਣਗੇ। ਇਹਨਾਂ ਦਾ ਵੀਡੀਓ ਸੋਲਿਊਸ਼ਨ ਇਸ ਕਰਕੇ ਆ ਕਿ ਜਿੱਥੇ ਵੀ ਤੁਹਾਨੂੰ ਲੱਗੇ ਕਿ ਕੁਝ ਲੈਗ ਰਹਿ ਗਿਆ ਤੁਹਾਡੀ ਤਿਆਰੀ 'ਚ, ਆਪਣੇ ਕੋਰਸ ਦੇ ਵਿੱਚ ਜਾਇਓ, ਚਾਹੇ ਉਹ ਫੁੱਲ ਕੋਰਸ 'ਚੋਂ ਉਸ ਵੀਡੀਓ ਨੂੰ ਦੇਖ ਲਿਓ, ਉਸ ਚੈਪਟਰ ਦੀ ਨੂੰ, ਚਾਹੇ ਮੈਰਾਥਨ 'ਚੋਂ ਇਹ ਹਿੱਸਾ ਦੇਖ ਲਿਓ। ਮਕਸਦ ਸਾਫ਼ ਆ ਕਿ ਵੀਡੀਓ ਸੋਲਿਊਸ਼ਨ ਬਣਾਉਣ ਦਾ ਮੋਟਿਵ ਸਿਰਫ ਇੰਨਾ ਕੁ ਕਿ ਤੁਸੀਂ ਆਪਣੀ ਤਿਆਰੀ ਬਾਰੇ ਆਲਾ ਦੁਆਲਾ ਵੀ ਦੇਖ ਸਕੋ ਅਤੇ ਕਿੱਥੋਂ ਕਿਸ ਤਰੀਕੇ ਨਾਲ ਇੱਕ ਸਵਾਲ ਦੇ ਨਾਲ ਜੁੜੇ ਹੋਏ ਸਵਾਲ ਪੁੱਛੇ ਜਾ ਸਕਦੇ ਆ। ਸੋ ਜ਼ਿਆਦਾ ਸਮਾਂ ਖਰਾਬ ਕਰੇ ਬਿਨਾਂ ਆਪਾਂ PCS ਰਜਿਸਟਰ ਦੇ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਦੀ ਵੀਡੀਓ ਡਿਸਕਸ਼ਨ ਸ਼ੁਰੂ ਕਰਦੇ ਹਾਂ। ਸੋ ਲੈਟਸ ਸਟਾਰਟ। ਦੇਖੋ, ਸਭ ਤੋਂ ਪਹਿਲਾ ਸਵਾਲ ਕੀ ਆ ਗਿਆ ਆਪਣੇ ਕੋਲ ਕਿ ਭਾਰਤ ਦੇ ਵਿੱਚ ਨਾਗਰਿਕਤਾ ਦੇ ਜਿਹੜੇ ਪ੍ਰਾਵਧਾਨ ਨੇ ਉਹਨਾਂ ਨੂੰ ਲੈ ਕੇ, ਮਤਲਬ ਕਿ ਉਹਨਾਂ ਨਾਗਰਿਕਤਾ ਦੇ ਕਥਨਾਂ ਨੂੰ ਲੈ ਕੇ ਤੁਸੀਂ ਕੁਛ ਉਸ ਸੰਦਰਭ 'ਚ ਕੁਛ ਤੁਹਾਨੂੰ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਪਹਿਲਾ ਕਿ ਸੰਵਿਧਾਨ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹ ਤਾਕਤ ਦਿੰਦਾ ਹੈ ਕਿ ਉਹ ਕਿਸੇ ਨੂੰ ਨਾਗਰਿਕਤਾ ਪ੍ਰਦਾਨ ਕਰ ਸਕਦੇ ਆ। ਸਾਫ਼ ਆ ਕਿ ਸੰਵਿਧਾਨ ਦਾ ਅਨੁਛੇਦ 10 ਅਤੇ 11, ਕੌਂਸਟੀਟਿਊਸ਼ਨ ਦਾ ਆਰਟੀਕਲ 10 ਅਤੇ 11 ਸਿਰਫ ਅਤੇ ਸਿਰਫ ਸੈਂਟਰ ਸਰਕਾਰ ਨੂੰ ਇਹ ਅਧਿਕਾਰ ਦਿੰਦਾ ਹੈ, ਪਾਰਲੀਮੈਂਟ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਸਿਟੀਜ਼ਨਸ਼ਿਪ ਭਾਵ ਨਾਗਰਿਕਤਾ ਨਾਲ ਸੰਬੰਧਿਤ ਕਾਨੂੰਨ ਬਣਾਵੇ, ਅਤੇ ਕੇਂਦਰ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਕਿਸੇ ਦੀ ਨਾਗਰਿਕਤਾ ਤੈਅ ਕਰੇ। ਸੋ ਸਟੇਟਮੈਂਟ ਸਪਸ਼ਟ ਤੌਰ 'ਤੇ ਗਲਤ ਆ। ਸੰਵਿਧਾਨ ਦੇ ਮੁਤਾਬਕ ਹਰ ਇੱਕ ਉਹ ਸ਼ਖਸ ਜੋ ਪਾਕਿਸਤਾਨ ਗਿਆ, ਉਹ ਕਿਸੇ ਵੀ ਸੂਰਤ 'ਚ ਡਿਊਰਿੰਗ ਪਾਰਟੀਸ਼ਨ, ਵੰਡ ਦੇ ਦੌਰਾਨ ਉਹ ਕਦੇ ਵੀ ਇੰਡੀਆ ਨਹੀਂ ਆ ਸਕਦਾ। ਕਿਉਂ ਨਹੀਂ ਆ ਸਕਦਾ? ਇਹਦੇ ਵਾਸਤੇ ਬਕਾਇਦਾ 1 ਮਾਰਚ 1947 ਦੀ ਤਰੀਕ ਤੈਅ ਕੀਤੀ ਗਈ ਸੀ ਕਿ ਜਿਹੜਾ ਉਸ ਤੋਂ ਬਾਅਦ ਪਾਰਟੀਸ਼ਨ ਦੇ ਡਰ ਤੋਂ ਗਿਆ, ਵਾਪਸ ਆ ਗਿਆ, ਰਹਿ ਸਕਦਾ ਇੰਡੀਆ, ਬਟ 6 ਮਹੀਨੇ ਪਹਿਲਾਂ ਉਹਨੂੰ PR 'ਤੇ ਰਹਿਣਾ ਪਊਗਾ। ਅਤੇ ਜੇ ਉਹ 1 ਮਾਰਚ ਤੋਂ ਪਹਿਲਾਂ ਹੀ ਗਿਆ ਸੀ ਅਤੇ ਵਾਪਸ ਆ ਗਿਆ, ਫਿਰ ਕੋਈ ਚੱਕਰ ਵਾਲੀ ਗੱਲ ਨਹੀਂ। ਸੋ ਫਿਰ ਉਹ ਨਾਲ ਦੀ ਨਾਲ ਨਾਗਰਿਕ ਆ। ਸੋ ਦੋਵੇਂ ਸਟੇਟਮੈਂਟਸ ਗਲਤ ਨੇ। ਸੰਵਿਧਾਨ ਨਾਲ ਸੰਬੰਧਿਤ ਜੋ ਨਾਗਰਿਕਤਾ ਨਾਲ ਰਿਲੇਟਡ ਗੱਲ ਹੈਗਾ ਹੈ ਉਹ ਮੈਂ ਕਲੀਅਰ ਕਰਤੀ ਆ ਕਿ ਜੋ ਵੀ ਸਿਟੀਜ਼ਨਸ਼ਿਪ ਨਾਲ ਸੰਬੰਧਿਤ ਆ, ਇਹ ਆਪਣੇ ਕੋਲ ਬੇਸਿਕਲੀ ਯੂਨੀਅਨ ਲਿਸਟ 'ਚ ਆਉਂਦਾ ਹੈ, ਐਂਟਰੀ ਨੰਬਰ 17 ਹੈ, ਕੇਂਦਰੀ ਸੂਚੀ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 10 ਅਤੇ 11 ਨੇ ਸੰਸਦ ਨੂੰ ਇਹ ਤਾਕਤ ਦਿੱਤੀ ਆ ਕਿ ਤੁਸੀਂ ਇਹਨੂੰ ਲੈ ਕੇ ਕਾਨੂੰਨ ਬਣਾਓ। ਸੰਸਦ ਨੇ 55 'ਚ ਐਕਟ ਬਣਾਇਆ, ਫਿਰ ਉਹਨੂੰ ਕਈ ਵਾਰ ਸੋਧ ਦੇ 2019 ਤੱਕ ਲੈ ਆਏ। ਤਾਂ ਉਹ ਹੁਣ ਮੈਂ ਸਾਰਾ ਥੋੜ੍ਹਾ ਪੜ੍ਹਾਊਂਗਾ। ਸਿਟੀਜ਼ਨਸ਼ਿਪ ਵਾਲੇ 'ਚ ਦੇਖੋ ਕਿ 19 'ਚ ਕੀ ਅਮੈਂਡਮੈਂਟਸ ਹੋਈਆਂ। ਖੈਰ, ਮੈਂ ਆਪਣੇ ਵੱਲੋਂ ਡਿਟੇਲ ਦੱਸਦੀ ਆ। ਆਰਟੀਕਲ 5, 6, 7, 8, 9 ਸਭ ਨੂੰ ਪਤਾ ਹੈ ਕਿ ਜੋ ਇੰਡੀਆ 'ਚ ਰਹਿ ਰਹੇ ਆ ਉਹਨਾਂ ਦੀ ਨਾਗਰਿਕਤਾ ਦੱਸਦਾ ਹੈ 5, ਜੋ ਪਾਕਿਸਤਾਨ ਤੋਂ ਇੰਡੀਆ ਆਏ ਆ ਉਹਨਾਂ ਦੀ ਨਾਗਰਿਕਤਾ ਦੱਸਦਾ ਹੈ 6, ਜਿਹੜੇ ਗਲਤੀ ਨਾਲ ਪਾਕਿਸਤਾਨ ਜਾ ਕੇ ਵਾਪਸ ਆਏ ਆ ਉਹਨਾਂ ਦੀ ਨਾਗਰਿਕਤਾ ਦੱਸਦਾ ਹੈ 7, ਜਿਹਦੇ PIOs ਨੇ, ਪਰਸਨ ਆਫ ਇੰਡੀਅਨ ਓਰੀਜਨ ਨੇ, ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੇ ਆਜ਼ਾਦੀ ਦੀ ਜੰਗ ਵੇਲੇ ਇੰਡੀਆ 'ਚੋਂ ਬਾਹਰ ਜਾ ਕੇ ਅੰਗਰੇਜ਼ਾਂ ਦੇ ਖਿਲਾਫ ਜੰਗ ਛੇੜੀ ਅਤੇ ਅੱਜ ਉਹਨਾਂ ਦੇ ਪੋਤੇ ਜਾਂ ਬੇਟੇ ਜਾਂ ਖੁਦ ਆਪ ਇੰਡੀਆ ਆਉਣਾ ਚਾਹੁੰਦੇ ਆ, ਉਹਨਾਂ ਲਈ ਆਰਟੀਕਲ 8 ਨੇ ਰਾਹ ਪੱਧਰਾ ਕੀਤਾ ਸੀਗਾ। ਡਿਊਲ ਸਿਟੀਜ਼ਨਸ਼ਿਪ ਸਾਡੇ ਦੇਸ਼ 'ਚ ਮਿਲਦੀ ਨਹੀਂ। ਆਰਟੀਕਲ 9 ਅਤੇ 10 ਅਤੇ 11 ਇਹ ਦੱਸਦਾ ਹੈ ਕਿ ਸੰਸਦ ਨੂੰ ਪੂਰਾ ਅਧਿਕਾਰ ਆ ਕਿ ਉਹ ਸਿਟੀਜ਼ਨਸ਼ਿਪ ਨੂੰ ਲੈ ਕੇ ਕਾਨੂੰਨ ਬਣਾਵੇ, ਅਤੇ ਅੱਜ ਤੋਂ ਬਾਅਦ ਨਾਗਰਿਕਤਾ ਨੂੰ ਸੰਬੰਧਿਤ ਕਾਨੂੰਨ ਬਣਾਉਣ ਦੀ ਸਿਰਫ ਅਤੇ ਸਿਰਫ ਜ਼ਿੰਮੇਵਾਰੀ ਸੰਸਦ ਕੋਲ ਆ। ਇਹ ਆਰਟੀਕਲ 11। ਸੋ ਆਪਣੇ ਆਪ 'ਚ ਹੋਰ ਕੀ ਕਲੈਰਿਟੀ ਹੋਵੇ। ਭਾਰਤ ਦੀ ਜਿਹੜੀ ਸੰਵਿਧਾਨ ਸਭਾ ਨੇ ਉਹਨੇ ਹੇਠ ਲਿਖਿਆਂ 'ਚੋਂ ਕਿਹੜੇ ਕੰਮ ਪਰਫੋਰਮ ਕੀਤੇ ਸੀ? ਉਹਨੇ ਭਾਰਤ ਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਮੈਂਬਰਸ਼ਿਪ ਨੂੰ ਕਨਫਰਮ ਕੀਤਾ ਸੀ? ਨਹੀਂ। ਯੂਨਾਈਟਿਡ ਨੇਸ਼ਨਸ ਦੀ ਮੈਂਬਰਸ਼ਿਪ ਦੀ ਕਨਫਰਮੇਸ਼ਨ ਸਾਡੀ ਸੰਸਦ ਨੇ ਨਹੀਂ ਕੀਤੀ ਜਾਂ ਸਾਡੀ ਸੰਵਿਧਾਨ ਸਭਾ ਨੇ ਨਹੀਂ ਕੀਤੀ, ਕਾਮਨਵੈਲਥ ਦੀ ਕੀਤੀ ਸੀਗੀ 1948 ਕਿ 49 'ਚ। ਡਾਕਟਰ ਰਜਿੰਦਰ ਪ੍ਰਸਾਦ ਨੂੰ ਇਹਨੇ ਦੇਸ਼ ਦਾ ਪਹਿਲਾ ਰਾਸ਼ਟਰਪਤੀ ਚੁਣਿਆ 24 ਜਨਵਰੀ 1950 ਨੂੰ। ਮੈਂ ਬੜੀ ਵਾਰ ਪੜ੍ਹਾਇਆ ਹੈ। ਇਹਨੇ ਪ੍ਰਾਈਵੇਟ ਪਰਸ ਰਾਜਿਆਂ ਦੀਆਂ ਜੋ ਬੱਝੀਆਂ ਤਨਖਾਹਾਂ ਸੀ ਉਹ ਕੈਂਸਲ ਕਰਤੀਆਂ ਸੀ। ਨਹੀਂ ਯਾਰ, ਇਹ ਤਾਂ ਬਾਅਦ 'ਚ ਇੰਦਰਾ ਗਾਂਧੀ ਦੇ ਵੇਲੇ 26ਵੀਂ ਸੰਵਿਧਾਨਕ ਸੋਧ ਨਾਲ ਹੋਈਆਂ ਹੈ, ਜਿਹੜੇ ਸਾਲ ਸੈਫ ਅਲੀ ਖਾਨ ਦਾ ਜਨਮ ਹੋਇਆ ਹੈ। ਸੋ ਓਬਵੀਅਸ ਜੀ ਗੱਲ ਆ ਵੀ ਗਲਤ ਆ ਅਤੇ ਆ ਵੀ ਗਲਤ ਆ। ਓਨਲੀ 2 ਇਜ਼ ਦੀ ਕਰੈਕਟ ਆਨਸਰ। ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਭਾਰਤ ਦੀ ਕਾਮਨਵੈਲਥ ਦੇ ਵਿੱਚ 1949 ਦੇ ਵਿੱਚ ਇਹਨੇ ਮੈਂਬਰਸ਼ਿਪ ਕਨਫਰਮ ਕੀਤੀ ਆ।
ਇਹਨੇ ਸਾਡੇ ਨੈਸ਼ਨਲ ਫਲੈਗ ਨੂੰ ਆਜ਼ਾਦੀ ਤੋਂ 10-12 ਦਿਨ ਪਹਿਲਾਂ ਜਾਂ 17-18 ਦਿਨ ਪਹਿਲਾਂ ਰੈਟੀਫਾਈ ਕੀਤਾ ਜਾਂ ਅਡਾਪਟ ਕੀਤਾ। ਪਿੰਗਾਲੀ ਵਿਸ਼ਵਰਿਆ ਦਾ ਬਣਾਇਆ ਹੋਇਆ, ਆਈ ਥਿੰਕ ਮੈਨੂੰ ਨਾਮ ਭੁੱਲ ਗਿਆ, ਪਿੰਗਾਲੀ ਵੈਨਕਿਆ ਦਾ ਬਣਾਇਆ ਹੋਇਆ ਨੈਸ਼ਨਲ ਫਲੈਗ ਸੀਗਾ। ਨੈਸ਼ਨਲ ਐਂਥਮ ਇਹਨੇ ਅਡਾਪਟ ਕੀਤਾ। ਪਹਿਲੀ ਵਾਰ ਕਿੰਨੇ ਗਾਇਆ, ਕਿਹੜੇ ਸੈਸ਼ਨ 'ਚ ਗਾਇਆ, ਉਹ ਕਿਹੜੇ ਕਾਂਗਰਸ ਦਾ ਆਜ਼ਾਦੀ ਤੋਂ ਪਹਿਲਾਂ ਕਿਹੜਾ ਅਧਿਵੇਸ਼ਨ ਸੀ, ਸਭ ਪਤਾ ਹੋਣਾ ਚਾਹੀਦਾ। ਨੈਸ਼ਨਲ ਸੌਂਗ ਇਹਨੇ ਅਡਾਪਟ ਕੀਤਾ। ਇਹਨੇ ਹੀ ਰਜਿੰਦਰ ਪ੍ਰਸਾਦ ਨੂੰ ਪਹਿਲਾ ਰਾਸ਼ਟਰਪਤੀ ਬਣਨਾ ਤੈਅ ਕੀਤਾ ਸੀ, ਬਣਨ ਤੋਂ 2 ਦਿਨ ਪਹਿਲਾਂ। ਠੀਕ ਆ, ਸੋ ਆਹ ਕਹਾਣੀ ਮੈਂ ਪੂਰੀ ਦੀ ਪੂਰੀ ਕਲੀਅਰ ਕਰਤੀ। ਇਹੀ ਸੰਵਿਧਾਨ ਸਭਾ 1947 ਤੋਂ ਲੈ ਕੇ 50 ਤੱਕ ਆਰਜੀ ਤੌਰ 'ਤੇ ਪਾਰਲੀਮੈਂਟ ਵੀ ਬਣੀ ਰਹੀ। ਤਾਂ ਇਹ 5 ਘੰਟੇ ਐਜ਼ ਕੌਂਸਟੀਟਿਊਐਂਟ ਅਸੈਂਬਲੀ ਅਤੇ ਕੁਛ ਕੁ ਸਮਾਂ ਸੰਸਦ ਦੇ ਤੌਰ 'ਤੇ ਵੀ ਵਿਚਰਦੀ ਸੀ। ਪਰ ਉਸ ਟਾਈਮ ਇਹਦੀ ਪ੍ਰਧਾਨਗੀ GV ਮਲਵੰਕਰ ਕੋਲ ਹੁੰਦੀ ਸੀ। ਸ਼ਾਇਦ ਇੱਥੇ ਨਹੀਂ ਲਿਖਿਆ ਤਾਂ ਮੈਂ ਦੱਸਤਾ, ਪ੍ਰਾਈਵੇਟ ਪਰਸਨ ਨਾਲ ਸੰਬੰਧਿਤ ਗੱਲ ਵੀ ਕਲੀਅਰ ਕਰਤੀ। ਸਵਾਲ ਨੰਬਰ ਨੈਕਸਟ, ਕਹਿੰਦੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਜਿਹੜੀ ਆ ਇਹਦੇ ਨਾਲ ਸੰਬੰਧਿਤ ਸਟੇਟਮੈਂਟਸ ਨੇ। ਠੀਕ ਆ, ਮਤਲਬ ਕਿ ਸਾਡੀ ਰਾਸ਼ਟਰ ਕਾਨੂੰਨ ਸੇਵਾ ਅਥਾਰਟੀ ਜਿਹੜੀ ਆ ਉਹਦੇ ਨਾਲ ਸੰਬੰਧਿਤ ਸਟੇਟਮੈਂਟਸ ਨੇ। ਕਹਿੰਦੇ ਭਾਰਤ ਦੇ ਵਿੱਚ ਲੀਗਲ ਸਰਵਿਸ ਅਥਾਰਟੀ ਐਕਟ 1987 ਪਾਸ ਕੀਤਾ ਗਿਆ, ਉਹਦੇ ਤਹਿਤ ਇਹ ਬਣੀ ਆ। ਬਿਲਕੁਲ, ਭਾਰਤ ਦੇ ਵਿੱਚ ਲੋਕ ਅਦਾਲਤਾਂ ਦਾ ਕੰਸੈਪਟ ਬੇਸ਼ੱਕ 1982 'ਚ ਆ ਗਿਆ ਸੀ, ਪਰ ਉਹਨਾਂ ਨੂੰ ਸਟੈਚੂਟਰੀ ਦਰਜਾ ਉਦੋਂ ਮਿਲਿਆ ਜਦੋਂ ਇਹ ਐਕਟ ਪਾਸ ਹੋਇਆ। ਪਹਿਲੀ ਗੱਲ ਬਿਲਕੁਲ ਸਹੀ ਹੈ। ਚੀਫ ਜਸਟਿਸ ਨਲਸਾ ਦਾ ਉਹ ਹੁੰਦਾ ਹੈ ਚੀਫ ਪੈਟਰਨ ਚੀਫ, ਬਿਲਕੁਲ ਹੁੰਦਾ ਹੈ ਜੀ। ਨਾਲਸਾ ਦਾ ਪੈਟਰਨ ਚੀਫ ਜਿਹੜਾ ਹੈ ਉਹ ਦੇਸ਼ ਦਾ ਚੀਫ ਜਸਟਿਸ, ਅਤੇ ਜੋ ਸਟੇਟ ਲੀਗਲ ਅਥਾਰਟੀ ਹੁੰਦੀ ਆ ਉਹਦਾ ਹੁੰਦਾ ਹੈ ਜੋ ਕੰਸਰਨਡ ਸਟੇਟ ਦੀ ਹਾਈ ਕੋਰਟ ਆ ਉੱਥੋਂ ਦਾ ਚੀਫ ਜਸਟਿਸ। ਨਾਲਸਾ ਜਿਹੜੀ ਆ ਉਹੀ NGOs ਨੂੰ ਫੰਡ ਇੰਪਲੀਮੈਂਟ ਕਰਦੀ ਆ ਕੋਈ ਵੀ ਲੀਗਲ ਅਵੇਅਰਨੈਸ ਦੇ ਪ੍ਰੋਗਰਾਮਸ ਲਈ। ਬਿਲਕੁਲ ਸਹੀ ਗੱਲ ਆ। ਸੋ ਇਹਦਾ ਆਨਸਰ ਆ ਗਿਆ ਆਪਣੇ ਕੋਲ C ਆਪਸ਼ਨ। ਸੋ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਕੀ ਆ, ਡਿਸਟ੍ਰਿਕਟ ਲੈਵਲ 'ਤੇ ਹੁੰਦੀ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ, ਜਿਹਦੀ ਚੇਅਰਮੈਨ ਉੱਥੋਂ ਦਾ ਡਿਸਟ੍ਰਿਕਟ ਜੱਜ ਕਮ ਸੈਸ਼ਨ ਜੱਜ ਉਹ ਕਰਦਾ ਹੁੰਦਾ ਹੈ। ਸੋ ਆਹ ਸਾਰੀ ਦੀ ਸਾਰੀ ਪੇਪਰ 'ਚ ਇਹ ਵੀ ਆ ਸਕਦਾ ਹੈ ਕਿ ਕਿਹੜੀਆਂ ਕਿਹੜੀਆਂ ਫ੍ਰੀ ਸਰਵਿਸਿਜ਼ ਨੇ ਜੋ ਮਤਲਬ ਕਿ ਇਹਦੇ ਤਹਿਤ ਦਿੱਤੀਆਂ ਜਾਂਦੀਆਂ। ਠੀਕ ਆ, ਸੋ ਉਸ ਬੰਦੇ ਦੀ ਇਨਕਮ ਕਿੰਨੀ ਹੋਣੀ ਚਾਹੀਦੀ ਆ, ਕੀ ਇਹਦੇ 'ਚ ਹੈਂਡੀਕੈਪ ਨੂੰ ਪਰਮਿਸ਼ਨ ਹੈਗੀ ਆ, ਉਹਦੇ ਕੇਸ ਫ੍ਰੀ ਲੜੇ ਜਾਣਗੇ। ਸੋ ਇਹੋ ਜੀ ਸਾਰੀ ਗੱਲ ਇਸ ਚੈਪਟਰ ਨੂੰ ਝਾਤ ਮਾਰ ਕੇ ਜਾਇਓ, ਫਿਰ ਕਹੋਗੇ ਕਿ ਅਗਲੇ ਟੈਸਟ 'ਚ ਮੈਂ ਪਾਤਾ ਅਤੇ ਦੱਸਿਆ ਨਹੀਂ, ਕਿਉਂਕਿ ਹਜੇ ਆਪਣੇ ਫੁੱਲ ਟੈਸਟ 15 ਸਤੰਬਰ ਤੋਂ ਬਾਅਦ ਫਿਰ ਹੋਣੇ ਆ। ਜਿੰਨੀ ਤਰੀਕ ਤੱਕ ਇਹ ਟੈਸਟ, ਉਸ ਤੋਂ ਬਾਅਦ ਲਗਾਤਾਰ ਆਈ ਥਿੰਕ 5 ਕਿ 4 ਫੁੱਲ ਟੈਸਟ ਹਜੇ ਤੁਹਾਡੇ ਪਏ ਆ। ਅਜੇ ਫੁੱਲ ਟੈਸਟ 1 ਅਤੇ 2 ਹੀ ਦੇਖਿਆ ਸੀ ਤੁਸੀਂ, ਬਾਕੀ 4 ਪਏ ਆ। ਅਤੇ ਜਿੱਥੋਂ ਜਿੱਥੋਂ ਚੀਜ਼ ਹਿੱਲਦੀ ਆ ਨਾ ਆਪਣੇ ਕੋਰਸ 'ਚ ਜਾਓ, ਉਹਨੂੰ ਦੇਖੋ, ਬਿਕੋਜ਼ ਰਜਿਸਟਰ ਦਾ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਆ ਜਾਓ, ਕਹਿੰਦੇ ਹਾਈ ਕੋਰਟ ਦੀਆਂ ਤਾਕਤਾਂ ਅਤੇ ਉਹਦੇ ਦਾਇਰੇ ਨੂੰ ਲੈ ਕੇ ਕੁਛ ਕਥਨ ਨੇ ਜਿਨ੍ਹਾਂ 'ਤੇ ਗੌਰ ਕਰਨਾ ਹੈ। ਹਾਈ ਕੋਰਟ ਕੋਲ ਪਾਵਰ ਹੁੰਦੀ ਆ ਕਿਸੇ ਵੀ ਕਾਨੂੰਨ ਦੀ ਸੰਵਿਧਾਨਕ ਵੈਲਿਡਿਟੀ ਨੂੰ ਚੈੱਕ ਕਰਨ ਦੀ, ਬਿਲਕੁਲ ਹੁੰਦੀ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਸੰਵਿਧਾਨ 'ਚ ਕੋਈ ਕਲੌਜ਼ ਗਲਤ ਤਾਂ ਨਹੀਂ ਐਡ ਹੋ ਗਿਆ। ਇਹਨੂੰ ਖਤਮ ਕਰਨ ਦੀ ਤਾਕਤ ਦੇਸ਼ ਦੀ ਸੁਪਰੀਮ ਕੋਰਟ ਦੇ ਨਾਲ ਨਾਲ ਹਾਈ ਕੋਰਟਸ ਕੋਲ ਵੀ ਹੈਗੀ ਹੈ। ਸੋ ਇਹ ਬਹੁਤ ਇੰਪੋਰਟੈਂਟ ਆ। 42ਵੀਂ ਅਮੈਂਡਮੈਂਟ ਨਾਲ ਖੋਣ ਦੀ ਕੋਸ਼ਿਸ਼ ਕੀਤੀ ਸੀ ਇੰਦਰਾ ਗਾਂਧੀ ਨੇ, ਬਟ ਮੁਰਾਰਜੀ ਦੇਸਾਈ ਦੀ ਸਰਕਾਰ ਨੇ 43ਵੀਂ ਨਾਲ ਵਾਪਸ ਕਰਤੀ ਸੀ। ਹਾਈ ਕੋਰਟਸ ਤੋਂ ਦੀ ਜਿਹੜੀ ਆ MPs ਦੇ ਝਗੜੇ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਦੇ ਚੋਣਾਂ ਦੇ ਝਗੜਿਆਂ ਨੂੰ ਲੈ ਕੇ ਹਾਈ ਕੋਰਟ ਕੋਲ ਓਰੀਜਨਲ ਯੂਰਿਸਡਿਕਸ਼ਨ ਆ। ਓਰੀਜਨਲ ਯੂਰਿਸਡਿਕਸ਼ਨ ਦਾ ਮਤਲਬ ਆ ਕਿ ਕਿਸੇ MP ਦੀ ਚੋਣ ਦਾ ਝਗੜਾ ਸਿੱਧਾ ਹਾਈ ਕੋਰਟ ਜਾ ਸਕਦਾ ਹੈ। ਹੁਣ ਜਿਵੇਂ ਤੁਸੀਂ ਸੁਪਰੀਮ ਕੋਰਟ ਦੀ ਓਰੀਜਨਲ ਯੂਰਿਸਡਿਕਸ਼ਨ ਪੜ੍ਹਦੇ ਹੋ, ਉਵੇਂ ਹਾਈ ਕੋਰਟ ਦੇ ਵੀ ਪੜ੍ਹੋ। ਵਿਆਹਾਂ ਦੇ ਮਸਲੇ, ਜਿਵੇਂ ਆਪਾਂ ਘਰ ਇੱਕ ਸ਼ਬਦ ਵਰਤਦੇ ਹਾਂ ਭੱਜ ਕੇ ਵਿਆਹ ਕਰਾਉਣਾ, ਜਿਹਨੂੰ ਆਪਣਾ ਕਹਿੰਦਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ, ਜਾਂ ਇੱਕ ਲੀਗਲ ਏਜ 'ਚ ਆਉਣ ਤੋਂ ਬਾਅਦ ਇੱਕ ਆਪਣੀ ਕੰਸੈਂਟ ਨਾਲ ਵਿਆਹ ਕਰਾਉਣਾ। ਤੁਸੀਂ ਆਮ ਭਾਸ਼ਾ 'ਚ ਜੋ ਮਰਜ਼ੀ ਕਹਿ ਸਕਦੇ ਹੋ। ਠੀਕ ਆ, ਸੋ ਮਤਲਬ ਜੇ ਵਾਕਈ ਕਿਸੇ ਨੂੰ ਇਹ ਗੱਲ ਪਿੰਚ ਕੀਤੀ ਹੋਵੇ ਕਿ ਭੱਜ ਕੇ ਵਿਆਹ ਕਰਾਉਣਾ, ਇਹ ਮੈਂ ਇੱਕ ਆਮ ਸ਼ਬਦ ਦੱਸਿਆ ਜੋ ਸੁਸਾਇਟੀ 'ਚ ਵਰਤਿਆ ਜਾਂਦਾ ਹੈ, ਪਰ ਮੇਰੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਇਸ ਸ਼ਬਦ ਨੂੰ ਕੋਈ ਨੈਗੇਟਿਵ ਲਵੇ। ਸੋ ਤਾਂ ਖੈਰ ਇਹੋ ਜਿਹੇ ਮਸਲਿਆਂ ਦੇ ਵਿੱਚ ਸਿੱਧੇ ਤੁਸੀਂ ਹਾਈ ਕੋਰਟ ਜਾ ਸਕਦੇ ਹੋ। ਸੋ ਇਹ ਹਾਈ ਕੋਰਟ ਦੀ ਓਰੀਜਨਲ ਯੂਰਿਸਡਿਕਸ਼ਨ ਆ। ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਆ ਵੀ ਸਹੀ ਆ। ਸੋ ਨੈਕਸਟ ਆ ਵੀ ਸਹੀ ਆ। ਹੁਣ ਸੰਵਿਧਾਨ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਮਸਲਿਆਂ 'ਚ ਹਾਈ ਕੋਰਟ 'ਚ ਸਿੱਧੇ ਜਾਇਆ ਜਾ ਸਕਦਾ ਹੈ। ਠੀਕ ਆ, ਉਹੀ ਮਸਲਿਆਂ ਨੂੰ ਜਿੱਥੇ ਤੁਸੀਂ ਸਿੱਧੇ ਹਾਈ ਕੋਰਟ ਜਾ ਸਕਦੇ ਹੋ ਉਹੀ ਉਹਦੀ ਓਰੀਜਨਲ ਯੂਰਿਸਡਿਕਸ਼ਨ ਆ। ਠੀਕ ਆ, ਕਿਹੜੇ ਕਿਹੜੇ ਕੇਸ, ਕੰਟੈਮ ਆਫ ਕੋਰਟ ਦਾ ਕੇਸ ਸਿੱਧਾ ਹੀ ਹਾਈ ਕੋਰਟ ਜਾਂਦਾ ਹੈ। ਠੀਕ ਆ,
ਇਹਨਾਂ ਦੇ ਝਗੜੇ, ਐਮਪੀਜ਼ ਦੇ ਝਗੜੇ, ਇਸ ਤੋਂ ਬਾਅਦ ਇਹ ਫੰਡਾਮੈਂਟਲ ਰਾਈਟਸ ਦੀ ਇਨਫੋਰਸਮੈਂਟ ਨੂੰ ਲੈ ਕੇ ਵੀ ਤੁਸੀਂ ਸਿੱਧਾ ਹਾਈ ਕੋਰਟ ਜਾ ਸਕਦੇ ਹੋ ਅਨੁਛੇਦ 226 ਦੇ ਤਹਿਤ। ਇਸ ਤੋਂ ਬਿਨਾ ਹੋਰ ਵੀ ਬਹੁਤ ਕੁਛ ਆ, ਜਿਵੇਂ ਮਤਲਬ ਕਿ ਕਹਿ ਲਓ ਆਪਣਾ ਵਿਆਹਾਂ ਦਾ ਮੈਟਰ ਜਿਹੜਾ ਹੋ ਗਿਆ, ਮੈਟਰੀਮੋਰੀਅਲ ਇਸ਼ੂਜ਼ ਨੂੰ ਲੈ ਕੇ ਤੁਸੀਂ ਵਿਆਹ ਕਰਵਾਉਣਾ, ਉਹਨੂੰ ਲੈ ਕੇ ਤੁਸੀਂ ਸਿੱਧੇ ਹਾਈ ਕੋਰਟ ਜਾ ਸਕਦੇ ਹੋ। ਤੇ ਜਿੱਥੋਂ ਤੱਕ ਗੱਲ ਇਹ ਆ ਕਿ ਹਾਈ ਕੋਰਟ ਕੋਲ ਤਾਕਤ ਹੈਗੀ ਆ ਸਾਡੇ ਸੰਵਿਧਾਨ 'ਚ ਕਿਸੇ ਵੀ ਅਨੁਛੇਦ ਨੂੰ ਨਲ ਐਂਡ ਵੋਇਡ ਡਿਕਲੇਅਰ ਕਰਨ ਦੀ, ਜਾਂ ਕਿਸੇ ਵੀ ਬਣਾਏ ਹੋਏ ਲਾਅ ਦੀ ਸੰਵਿਧਾਨਕਤਾ ਚੈੱਕ ਕਰਨ ਦੀ ਬਿਲਕੁਲ ਹੈਗੀ ਆ। ਜੁਡੀਸ਼ੀਅਲ ਰਿਵਿਊ ਦੀ ਤਾਕਤ, ਮਤਲਬ ਕਿ ਨਿਆਇਕ ਸਮੀਖਿਆ ਦੀ ਤਾਕਤ ਭਾਰਤ ਦੀ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਦੇ ਨਾਲ ਨਾਲ ਹਾਈ ਕੋਰਟਸ ਕੋਲ ਵੀ ਆ। ਸੋ ਬੜੇ ਟੈਕਨੀਕਲ ਕੁਐਸਚਨਸ ਨੇ, ਪਰ ਆਪਾਂ ਹੱਲ ਕੱਢਾਂਗੇ। ਕਹਿੰਦੇ ਡਿਸਟ੍ਰਿਕਟ ਜੱਜ ਨੂੰ ਲੈ ਕੇ ਹੇਠ ਲਿਖੇ ਕਥਨਾਂ ਤੇ ਗੌਰ ਕਰੋ। ਕਹਿੰਦਾ ਉਹ ਸਿਵਲ ਤੇ ਕ੍ਰਿਮੀਨਲ ਮੈਟਰਸ ਦੇ ਵਿੱਚ ਉਹਦੇ ਕੋਲ ਓਰੀਜਨਲ ਤੇ ਐਪੀਲੇਟ ਦੋਵੇਂ ਪ੍ਰਕਾਰ ਦਾ ਦਾਇਰਾ ਹੈ। ਸਿੱਧਾ ਕੇਸ ਉੱਥੇ ਵੀ ਜਾ ਸਕਦਾ ਹੈ ਤੇ ਲੋਅਰ ਕੋਰਟਸ ਤੋਂ ਅਪੀਲ ਦੇ ਥਰੂ ਵੀ। ਬਿਲਕੁਲ ਸਹੀ ਗੱਲ ਆ। ਉਹਦੇ ਕੋਲ ਤਾਕਤ ਆ ਲਾਈਫ ਇੰਪ੍ਰੀਜ਼ਨਮੈਂਟ ਤੇ ਕੈਪੀਟਲ ਪਨਿਸ਼ਮੈਂਟ ਦੀ। ਬਿਲਕੁਲ ਸਟੇਟਮੈਂਟ ਬਿਲਕੁਲ ਸਹੀ ਆ। ਉਹ ਅੱਡ ਗੱਲ ਆ ਕਿ ਉਹਦੀ ਸਰਟੀਫਿਕੇਸ਼ਨ ਹਾਈ ਕੋਰਟ ਕਰਦੀ ਆ, ਪਰ ਉਹ ਕੈਪੀਟਲ ਪਨਿਸ਼ਮੈਂਟ ਦੇ ਸਕਦਾ ਹੈ। ਇਹ ਯਾਦ ਰੱਖਿਓ ਕਿ ਦੇ ਸਕਦਾ ਹੈ, ਬਟ ਉਹਦੀ ਸਰਟੀਫਿਕੇਸ਼ਨ, ਕਿਉਂਕਿ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਉਹ ਦੇ ਹੀ ਨਹੀਂ ਸਕਦਾ, ਦੇ ਤਾਂ ਸਕਦਾ ਹੈ, ਪਰ ਉਹਦੀ ਸਰਟੀਫਿਕੇਸ਼ਨ ਹਾਈ ਕੋਰਟ ਤੋਂ ਹੁੰਦੀ ਹੈ। ਸੋ ਇਹਦੇ ਦੋਵੇਂ ਸਟੇਟਮੈਂਟਾਂ ਸਹੀ ਹੋਣਗੀਆਂ। ਨੈਕਸਟ, ਬਾਕੀ ਤੁਹਾਨੂੰ ਸਾਰਾ ਕਲੀਅਰ ਕਰ ਹੀ ਦਿੱਤਾ ਮੈਂ ਕਿ ਜੇ ਤੁਹਾਨੂੰ ਲੱਗਦਾ ਕਿ ਯਾਰ ਉਲਝ ਗਿਆ ਕੰਮ ਇੱਥੇ, ਚਲੋ ਜਾਓ ਆਪਣੇ ਲੈਕਚਰਸ ਦੇ ਵਿੱਚ ਜਾ ਕੇ ਸਬ ਆਰਡੀਨੇਟ ਕੋਰਸ ਵਾਲਾ ਲੈਕਚਰ 1.5 ਦੀ ਸਪੀਡ ਕਰਕੇ ਦੇਖੋ। ਬਹੁਤ ਕੁਛ ਇਹੋ ਜਿਹੀਆਂ ਘੁੰਡੀਆਂ ਕਈ ਵਾਰੀ ਅਸੀਂ ਜਾਣੇ ਅਣਜਾਣੇ 'ਚ ਛੱਡ ਜਾਂਦੇ ਯਾਰ। ਬੁਨਿਆਦੀ ਅਧਿਕਾਰਾਂ ਨੂੰ ਤੇ ਸਰਕਾਰ ਦੀਆਂ ਨੈਤਿਕ ਜ਼ਿੰਮੇਵਾਰੀਆਂ ਨੂੰ ਲੈ ਕੇ 2 ਕਥਨ ਨੇ, ਇਹਨਾਂ ਤੇ ਵਿਚਾਰ ਕਰੋ। ਕਹਿੰਦੇ ਦੋਵੇਂ ਸਰਕਾਰ ਦੇ ਕੰਮਾਂ ਕਾਰਾਂ ਤੇ ਪਾਬੰਦੀਆਂ ਲਾਉਂਦੇ ਨੇ। ਨਹੀਂ, DPSPs ਤਾਂ ਸਰਕਾਰ ਨੂੰ ਪ੍ਰੇਰਿਤ ਕਰਦੇ ਨੇ ਕਿ ਆਹ ਕਰੋ, ਆਹ ਕਰੋ, ਆਹ ਕਰੋ। ਬੁਨਿਆਦੀ ਅਧਿਕਾਰ ਸਰਕਾਰ ਤੇ ਪਾਬੰਦੀਆਂ ਲਾਉਂਦੇ ਆ। ਐ ਨਹੀਂ ਕਰਨਾ, ਕਿਸੇ ਨਾਲ ਭੇਦਭਾਵ ਨਹੀਂ ਕਰਨਾ, ਕਿਸੇ ਨਾਲ ਸ਼ੋਸ਼ਣ ਨਹੀਂ ਕਰਨਾ, ਕਿਸੇ ਦੀ ਅਨਟੱਚੇਬਿਲਿਟੀ ਨਹੀਂ ਹੋਣ ਦੇਣੀ, ਸ਼ੋਸ਼ਣ ਨਹੀਂ ਹੋਣ ਦੇਣਾ, ਛੂਆ-ਛੂਤ ਨਹੀਂ ਫੈਲਣ ਦੇਣੀ। ਸੋ ਬੁਨਿਆਦੀ ਅਧਿਕਾਰ ਫੰਡਾਮੈਂਟਲ ਰਾਈਟਸ ਤਾਂ ਰਿਸਟ੍ਰਿਕਸ਼ਨ ਲਾਉਂਦੇ ਆ, ਪਰ DPSPs ਪ੍ਰਵੋਕ ਕਰਦੇ ਆ ਕੰਮ ਕਰਾਉਣ ਵਾਸਤੇ। ਸੋ ਪਹਿਲੀ ਸਟੇਟਮੈਂਟ ਗਲਤ। ਬੁਨਿਆਦੀ ਅਧਿਕਾਰਾਂ ਦਾ ਕੰਮ ਆ ਕਿ ਰਾਜਨੀਤਿਕ ਲੋਕਤੰਤਰ ਪੈਦਾ ਕਰਨਾ। ਬਿਲਕੁਲ ਪੋਲੀਟੀਕਲ ਡੈਮੋਕ੍ਰੇਸੀ ਮਿਲਦੀ ਆ ਬੁਨਿਆਦੀ ਹੱਕਾਂ ਦੇ ਥਰੂ। ਸਾਨੂੰ ਸਾਡੀ ਕਹਿ ਲਓ ਕਿ ਰਾਜਨੀਤਿਕ ਸ਼ਕਤੀ ਮਿਲਦੀ ਆ ਫੰਡਾਮੈਂਟਲ ਰਾਈਟਸ ਤੋਂ। ਤੇ DPSPs ਕੀ ਕਰਦੇ ਆ, ਸਾਡੀ ਸਮਾਜਿਕ ਤੇ ਆਰਥਿਕ ਜ਼ਰੂਰਤਾਂ ਪੂਰੀਆਂ ਕਰਦੇ ਆ। ਜਿਵੇਂ ਸਾਨੂੰ ਕਿਵੇਂ DPSPs ਉਹ ਜ਼ਿੰਮੇਵਾਰੀਆਂ ਹੈ ਜਿਹਦੇ 'ਚ ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਤੁਹਾਨੂੰ ਫ੍ਰੀ ਲੀਗਲ ਏਡ ਦੇਵੇ, ਭਾਵ ਸੋਸ਼ਲ ਡੈਮੋਕ੍ਰੇਸੀ, ਤੁਹਾਡਾ ਵੇਜਿਸ ਵਧਾਵੇ, ਤੁਹਾਡਾ ਮਨਰੇਗਾ 'ਚ ਰੋਜ਼ਗਾਰ ਪੱਕਾ ਕਰੇ, ਭਾਵ ਤੁਹਾਡੀ ਰਾਜਨੀਤਿਕ ਚੇਤਨਾ ਨੂੰ ਲੈ ਕੇ ਵੀ। ਸੋ ਦੋਵੇਂ ਇੱਕ ਗਲਤ ਹੋ ਗਈ, ਇੱਕ ਸਹੀ ਹੋ ਗਈ। ਸੋ ਆ ਵੀ ਗੱਲ ਕਲੀਅਰ ਕਰਤੀ ਮੈਂ ਤੁਹਾਨੂੰ ਕਿ ਕਿਹੜੀ ਚੀਜ਼ ਕਿਹੜੀ ਪ੍ਰਕਾਰ ਦੀ ਡੈਮੋਕ੍ਰੇਸੀ ਦਿੰਦੀ ਆ। ਕਹਿੰਦੇ ਭਾਰਤ 2022 ਦੇ ਵਿੱਚ ਰੀਸੈਂਟਲੀ ਥੋੜ੍ਹਾ ਜਿਹਾ ਗਲਤ ਹੋ ਗਿਆ, ਮੈਂ ਕੁਐਸਚਨਸ ਤਾਂ ਚੇਂਜ ਕਰ ਹੀ ਦਿੱਤਾ। ਭਾਰਤ ਈਕੋਸੌਕ ਦਾ ਮੈਂਬਰ ਬਣਿਆ ਸੀ। ਸੋ ਆਰਥਿਕ ਤੇ ਸਮਾਜਿਕ ਪਰਿਸ਼ਦ ਜੋ ਕਿ ਯੂਨਾਈਟਿਡ ਨੇਸ਼ਨਸ ਦੀ ਹੁੰਦੀ ਆ, ਉਸ ਦੇ ਸੰਦਰਭ ਦੇ ਵਿੱਚ ਕਥਨਾਂ ਤੇ ਗੌਰ ਕਰੋ। ਕਹਿੰਦੇ ਯੂਨਾਈਟਿਡ ਨੇਸ਼ਨਸ ਜਿਹੜਾ ਹੈ, ਠੀਕ ਆ, ਸੰਯੁਕਤ ਰਾਸ਼ਟਰ ਜਿਹਨੂੰ ਆਪਾਂ ਕਹਿੰਦਾ ਹੈ, ਉਹਦੇ 6 ਮੁੱਖ ਅੰਗਾਂ ਵਿੱਚੋਂ ਇਹ ਇੱਕ ਅੰਗ ਆ। ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਵਾਲਾ ਫੋਲਡਰ ਖੋਲ੍ਹੋ। ਪਹਿਲਾ ਲੈਕਚਰ ਯੂਨਾਈਟਿਡ ਨੇਸ਼ਨਸ ਦੇ 6 ਅੰਗਾਂ ਬਾਰੇ ਆ। ਉਹਨਾਂ 'ਚੋਂ ਇੱਕ ਮਹੱਤਵਪੂਰਨ ਅੰਗ ਈਕੋਸੌਕ ਆ, ਸਭ ਨੂੰ ਪਤਾ ਹੈ। ਸੋ ਇਹ ਆਪਾਂ ਨੂੰ ਸਭ ਨੂੰ ਪਤਾ ਲੱਗ ਗਿਆ ਕਿ ਈਕੋਸੌਕ ਉਹਦੇ ਦੋਵਾਂ ਅੰਗਾਂ 'ਚੋਂ ਇੱਕ ਅੰਗ ਆ। ਅਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਇਹਦੇ ਮੈਂਬਰਾਂ ਦੀ ਚੋਣ ਆਮ ਸਭਾ ਜਿਹੜੀ ਜਨਰਲ ਅਸੈਂਬਲੀ, ਉਹ ਇੱਕ ਹੋਰ ਔਰਗਨ ਆ, ਉਹ ਕਰਦਾ ਹੈ। ਕਿਵੇਂ ਕਰਦਾ ਹੈ? 54 ਮੈਂਬਰ ਵੱਖੋ ਵੱਖ ਖੇਤਰਾਂ 'ਚ ਚੁਣੇ ਜਾਂਦੇ ਆ। ਜਿਹੜਾ ਇੱਕ ਵਾਰੀ ਚੁਣਿਆ ਗਿਆ, ਠੀਕ ਆ, ਜੇ ਇੰਡੀਆ 1 ਜਨਵਰੀ 2022 ਨੂੰ ਚੁਣਿਆ ਗਿਆ, 22, 23, 24 ਦੇ ਐਂਡ ਤੱਕ ਭਾਰਤ ਦੀ ਸਰਦਾਰੀ ਆ ਉੱਥੇ। ਇਹ ਵੀ ਗੱਲ ਯਾਦ ਰੱਖਿਓ। ਅਤੇ ਬੰਦਾ ਰੀਇਲੈਕਟ ਵੀ ਹੋ ਸਕਦਾ ਹੈ, ਤੁਸੀਂ ਸਿਰਫ ਆਪਣੇ ਖੇਤਰ 'ਚੋਂ ਚੁਣੇ ਜਾ ਸਕਦੇ ਹੋ। ਸੋ ਈਕੋਸੌਕ ਬਹੁਤ ਇੰਪੋਰਟੈਂਟ ਔਰਗਨ ਆ, ਇਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ। ਆ ਜਿੰਨੀਆਂ ਮੈਂ ਗੱਲਾਂ ਕਹੀਆਂ, ਆ ਸਾਰੀਆਂ ਕਹਾਣੀਆਂ ਕਲੀਅਰ ਕਰਤੀਆਂ ਕਿ ਇੰਡੀਆ ਦੀ ਇਹ ਟਰਮ ਸ਼ੁਰੂ ਹੋਈ ਸੀ 1 ਜਨਵਰੀ 1922 ਤੋਂ। ਇਹ 6 ਮੁੱਖ ਅੰਗਾਂ 'ਚੋਂ ਇੱਕ ਅੰਗ ਆ। ਸੋ ਇਹਦੇ 'ਚ 54 ਮੈਂਬਰ ਹੁੰਦੇ ਆ। ਅਤੇ 2/3 ਵੋਟਾਂ ਪੈਣੀਆਂ ਜ਼ਰੂਰੀ ਹੁੰਦੀਆਂ ਤੁਹਾਨੂੰ ਜੇ ਤੁਸੀਂ ਮੈਂਬਰ ਚੁਣੇ ਜਾਣਾ ਹੈ। ਇੱਕ ਵਾਰ ਤੁਸੀਂ ਚੁਣੇ ਗਏ ਤਾਂ ਭਾਰਤ 25 ਤੋਂ 27 ਤੱਕ ਲਈ ਵੀ ਚੋਣਾਂ 'ਚ ਖੜ ਸਕਦਾ ਹੈ। ਰੀਇਲੈਕਟ ਵੀ ਕੀਤੇ ਜਾ ਸਕਦੇ ਆ ਮੈਂਬਰ, ਠੀਕ ਆ। ਈਕੋਸੌਕ ਦੇ ਅੰਦਰ ਕਿਹੜੀਆਂ ਯੂਨਾਈਟਿਡ ਨੇਸ਼ਨਸ ਦੀਆਂ ਸੰਸਥਾਵਾਂ ਹੈ ਜਿਹੜੀਆਂ ਈਕੋਸੌਕ ਨੂੰ ਰਿਪੋਰਟ ਕਰਦੀਆਂ ਹੈ?
ਲੇਬਰ ਆਰਗੇਨਾਈਜੇਸ਼ਨ, ਫੂਡ ਐਗਰੀਕਲਚਰ ਆਰਗੇਨਾਈਜੇਸ਼ਨ ਤੇ ਯੂਨੈਸਕੋ, WHO ਤੇ ਵਰਲਡ ਬੈਂਕ ਤੇ IMF। ਤੇ ਜੇ ਤੁਸੀਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ 'ਚ UN ਦੇ ਸਾਰੇ ਲੈਕਚਰ ਦੇਖ ਲਏ, ਸਾਰੀਆਂ ਆਰਗੇਨਾਈਜੇਸ਼ਨਸ ਪੜ੍ਹ ਲਓਗੇ, ਹੋਰ ਦੱਸੋ ਮੈਂ ਕੀ ਕਰ ਸਕਦਾ। ਸੋ ਆਪਣੀ ਕੋਸ਼ਿਸ਼ ਆ ਯਾਰ ਕਿ ਵਧੀਆ ਤਰੀਕੇ ਨਾਲ ਤੁਹਾਡੇ ਕਨਸੈਪਚੁਅਲ ਕਲੈਰਿਟੀ ਹੋਵੇ। ਭਾਰਤ ਦੇ ਵਿੱਚ ਏਕਾਕ੍ਰਿਤ ਨਿਆਂਈ ਪ੍ਰਣਾਲੀ ਜਿਹਨੂੰ ਲੈ ਕੇ ਕਿ ਕੁਛ ਚੀਜ਼ਾਂ ਦਿੱਤੀਆਂ ਹੈ। ਏਕਾਕ੍ਰਿਤ ਨਿਆਂ ਪ੍ਰਣਾਲੀ ਕੀ ਹੁੰਦੀ ਆ, ਹੁਣ ਇਹਦੀਆਂ ਗੱਲਾਂ ਤੇ ਆ ਜਾਓ। ਹੁਣ ਸਭ ਤੋਂ ਇੰਪੋਰਟੈਂਟ ਗੱਲ ਕਿ ਇੰਟੀਗ੍ਰੇਟਡ ਜੁਡੀਸ਼ੀਅਲ ਸਿਸਟਮ ਦਾ ਮਤਲਬ ਹੁੰਦਾ ਹੈ ਕਿ ਥੱਲੜੀਆਂ ਅਦਾਲਤਾਂ ਸੈਸ਼ਨ ਕੋਰਟ ਨਾਲ, ਡਿਸਟ੍ਰਿਕਟ ਕੋਰਟਸ ਨਾਲ, ਇਹ ਹਾਈ ਕੋਰਟ ਨਾਲ, ਤੇ ਇਹ ਇੱਕ ਦੂਜੇ ਨਾਲ ਚੇਨ ਬਣੀ ਹੋਈ ਹੈ। ਇਹ ਇੰਡੀਪੈਂਡੈਂਟ ਜੁਡੀਸ਼ੀਅਲ ਸਿਸਟਮ ਦੀ ਗੱਲ ਨਹੀਂ ਹੋ ਰਹੀ, ਇੰਟੀਗ੍ਰੇਟਡ ਦੀ ਗੱਲ ਹੋ ਰਹੀ ਹੈ। ਪਹਿਲੀ ਗੱਲ, ਸੁਪਰੀਮ ਕੋਰਟ ਦੇ ਡਿਸੀਜ਼ਨ ਥੱਲੜੀਆਂ ਅਦਾਲਤਾਂ ਤੇ ਬਾਈਂਡਿੰਗ ਨੇ। ਕੀ ਇਹ ਇੰਟੀਗ੍ਰੇਟਡ ਜੁਡੀਸ਼ੀਅਲ ਸਿਸਟਮ ਦੀ ਐਗਜ਼ਾਮਪਲ ਹੈਗੀ ਆ? ਬਿਲਕੁਲ ਹੈਗੀ ਆ। ਉੱਪਰੋਂ ਥੱਲੇ ਨੂੰ ਇੱਕੋ ਹੀ ਚੇਨ ਬਣੀ ਆਉਂਦੀ ਆ। ਜੁਡੀਸ਼ਰੀ ਨਿਆਂਪਾਲਿਕਾ ਸਰਕਾਰ ਤੋਂ ਆਜ਼ਾਦ ਆ। ਇਹ ਭਾਰਤ ਦੀ ਜੁਡੀਸ਼ਰੀ ਦਾ ਫੀਚਰ ਤਾਂ ਹੈਗਾ, ਇਹ ਲੱਛਣ ਤਾਂ ਹੈਗਾ ਹੈ, ਪਰ ਇਹ ਇੰਡੀਪੈਂਡੈਂਟ ਜੁਡੀਸ਼ਰੀ ਦਾ ਲੱਛਣ ਆ, ਨਾ ਕਿ ਇੰਟੀਗ੍ਰੇਟਡ ਜੁਡੀਸ਼ਰੀ ਦਾ। ਫਰਕ ਸਮਝ ਗਏ ਨਾ ਦੋਵਾਂ 'ਚ ਕੀ ਫਰਕ ਆ? ਹਾਈ ਕੋਰਟਸ ਦੀ ਪਾਵਰ, ਲੋਅਰ ਕੋਰਟਸ ਨੂੰ ਸੁਣਨ, ਲੋਅਰ ਕੋਰਟਾਂ ਦੀ ਅਪੀਲ ਹਾਈ ਕੋਰਟ 'ਚ ਜਾਣਾ, ਥੱਲਿਓਂ ਅਪੀਲ ਦਾ ਉੱਪਰ ਜਾਣਾ, ਉੱਪਰੋਂ ਉੱਪਰ। ਇਹ ਵੀ ਤਾਂ ਇੱਕੋ ਹੀ ਇੱਕੋ ਹੀ ਲੜੀ, ਜਿਹੜੀ ਚੀਜ਼ ਤੋਂ ਐਵੇਂ ਫੀਲ ਹੋਵੇ ਕਿ ਇੱਕੋ ਲੜੀ 'ਚ ਸਭ ਕੁਝ, ਉਹ ਇੰਟੀਗ੍ਰੇਟਡ ਆ। ਸੋ ਪਹਿਲਾ ਤੇ ਤੀਜਾ। ਤੁਸੀਂ ਕਹੋਗੇ ਸਾਰਾ ਦੂਜਾ ਵੀ ਤਾਂ ਇੰਡੀਅਨ ਜੁਡੀਸ਼ਰੀ ਦਾ ਫੀਚਰ ਆ। ਯਾਰ ਹੋਊਗਾ, ਮੈਂ ਕੀ ਲੈਣਾ, ਬਟ ਇਹ ਇੰਟੀਗ੍ਰੇਸ਼ਨ ਦਾ ਫੀਚਰ ਨਹੀਂ ਹੈਗਾ। ਸੋ ਇਸ ਚੀਜ਼ ਤੇ ਬਹੁਤ ਗੌਰ ਕਰਨ ਦੀ ਲੋੜ ਸੀਗੀ। ਸੋ ਕਿੱਡੀ ਇੰਪੋਰਟੈਂਟ ਗੱਲ ਆ, ਮੈਂ ਕਲੀਅਰ ਕਰਤੀ ਕਿ ਆਹ ਪੂਰੀ ਦੀ ਪੂਰੀ ਚੇਨ ਥੱਲੇ ਫੋਟੋ ਦੇ ਵਿੱਚ ਕਲੀਅਰ ਹੋ ਗਈ ਤੁਹਾਨੂੰ, ਠੀਕ ਆ। ਨੈਕਸਟ, ਸੰਵਿਧਾਨ ਸਭਾ ਦੇ ਵਿੱਚ ਬਹੁਤ ਸਾਰੀਆਂ ਮੇਜਰ ਤੇ ਮਾਈਨਰ ਕਮੇਟੀਜ਼ ਬਣੀਆਂ ਸੀ। ਉਹਨਾਂ 'ਚੋਂ ਨਹਿਰੂ ਜੀ ਦੀ ਪ੍ਰਧਾਨਗੀ ਵਾਲੀਆਂ ਕਮੇਟੀਆਂ, ਕਹਿੰਦੇ ਸੰਵਿਧਾਨ ਦਾ ਜਿਹੜਾ ਡਰਾਫਟ ਸੀ ਉਹਨੂੰ ਐਗਜ਼ਾਮਿਨ ਕਰਨ ਵਾਲੀ ਕਮੇਟੀ, ਇਹ ਇੱਕ ਮਾਈਨਰ ਕਮੇਟੀ ਸੀ। ਇਹ ਮੁੱਖ 7 ਕਮੇਟੀਆਂ 'ਚੋਂ ਨਹੀਂ ਸੀ, 8 ਕਮੇਟੀਆਂ 'ਚੋਂ ਇਹ ਸੀ ਮਾਈਨਰ ਕਮੇਟੀ, ਜਿਹੜੀਆਂ ਛੋਟੀਆਂ ਕਮੇਟੀਆਂ ਸੀ। ਪਰ ਇਹਦੀ ਪ੍ਰਧਾਨਗੀ ਨਹਿਰੂ ਨੇ ਕੀਤੀ ਸੀ। ਪਰ ਦੇਖੋ ਫਸਾ ਲੈਣਾ ਸੀ ਨਾ ਉਹਨਾਂ ਨੇ। ਰਾਜਾਂ ਦਾ ਜਿਹੜਾ ਮਤਲਬ ਕਿ ਸੰਵਿਧਾਨ ਬਣਨਾ ਸੀਗਾ, ਇਹਦੀ ਇਹ ਕਮੇਟੀ। ਤੇ ਤੀਸਰਾ ਕਮੇਟੀ ਫੋਰ ਨੈਗੋਸ਼ੀਏਟਿੰਗ ਵਿਦ ਸਟੇਟਸ, ਇਹ ਉਹਨਾਂ ਦੀ ਸੀਗੀ। ਸੋ ਇਹ ਆਪਣੇ ਕੋਲ ਆ ਗਿਆ 3। ਦੂਸਰੀ ਕਮੇਟੀ ਪ੍ਰੋਵਿੰਸ ਦਾ ਸੰਵਿਧਾਨ ਬਣਾਉਣ ਦੀ, ਆਈ ਥਿੰਕ ਇਹ ਕਮੇਟੀ ਪਟੇਲ ਦੇ ਅੰਦਰ ਸੀ, ਜਿੱਥੋਂ ਤੱਕ ਮੈਨੂੰ ਲੱਗਦਾ ਹੈ। ਸੋ ਬਾਕੀ ਦੇਖੋ ਕਈ ਚੀਜ਼ਾਂ ਯਾਦ ਕਰਨ ਵਾਲੀਆਂ ਹੈ। ਇਹ ਤੁਸੀਂ ਕੇਂਦਰੀ ਸੱਤਾ ਕਮੇਟੀ ਨਹਿਰੂ ਦੀ, ਕੇਂਦਰੀ ਸੰਵਿਧਾਨ ਕਮੇਟੀ ਨਹਿਰੂ ਦੀ, ਰਾਜਾਂ ਦੀ ਸੰਵਿਧਾਨ ਕਮੇਟੀ ਪਟੇਲ ਦੀ। ਸੋ ਆਹ ਗੱਲ ਹੋ ਗਈ। ਤੇ ਜੋ ਢਾਂਚਾ ਨਾਲ ਸੰਬੰਧਿਤ ਡਰਾਫਟਿੰਗ ਕਮੇਟੀ ਅੰਬੇਦਕਰ ਦੀ, ਸਟੇਟ ਕਮੇਟੀ ਸਟੇਟਾਂ ਨਾਲ, ਰਾਜਾਂ ਨਾਲ ਸਮਝੌਤੇ ਕਰਨ ਨੂੰ ਲੈ ਕੇ ਕਮੇਟੀ, ਇਹ ਨਹਿਰੂ ਦੀ ਕਮੇਟੀ ਸੀ। ਸਟੀਅਰਿੰਗ ਕਮੇਟੀ ਜਿਹਨੇ ਸੰਵਿਧਾਨ ਸਭਾ ਦਾ ਡਿਸਿਪਲਿਨ ਤਿਆਰ ਕਰਨਾ ਸੀਗਾ। ਫਿਰ ਮਾਈਨਰ ਕਮੇਟੀ ਫਾਈਨਾਂਸ, ਦਿਸ ਅਡਹੌਕ ਕਮੇਟੀ ਔਨ ਸੁਪਰੀਮ ਕੋਰਟ, ਠੀਕ ਆ। ਐਂਡ ਇੱਕ ਬੜੀ ਇੰਪੋਰਟੈਂਟ ਕਮੇਟੀ ਆ, ਕਮੇਟੀ ਔਨ ਦਿਸ ਆਪਣੇ ਕੋਲ ਆ ਗਿਆ। ਇੱਥੇ ਦੇਖੋ, ਤੇ ਇੱਥੇ ਨਹਿਰੂ ਜੀ ਦੀ ਇੱਕ ਕਮੇਟੀ ਹੋਣੀ ਆ, ਸਪੈਸ਼ਲ ਕਮੇਟੀ ਟੂ ਐਗਜ਼ਾਮਿਨ ਦੀ ਡਰਾਫਟ ਕੌਨਸਟੀਟਿਊਸ਼ਨ, ਜਿਹੜੀ ਡਰਾਫਟ ਕਮੇਟੀ ਨੂੰ ਡਰਾਫਟ ਕੀਤਾ ਸੰਵਿਧਾਨ, ਉਹਨੂੰ ਐਗਜ਼ਾਮਿਨ ਕਰਨ ਵਾਲੀ ਕਮੇਟੀ ਦੇ ਮੁਖੀ ਨਹਿਰੂ ਜੀ ਸੀਗੇ। ਸੋ ਕਿੱਡੀ ਇੰਪੋਰਟੈਂਟ ਗੱਲ ਆ। ਅਸੀਂ ਡਰਾਫਟ ਕਮੇਟੀ ਨਾਲ ਸੰਬੰਧਿਤ ਸਿੱਧਾ BR ਅੰਬੇਦਕਰ ਨੂੰ ਜੋੜ ਦਿੰਦੇ ਆ। ਸੋ ਐਵੇਂ ਦੀਆਂ ਗਲਤੀਆਂ ਇਸ ਟੈਸਟ 'ਚ ਕਰਵਾਈਆਂ ਗਈਆਂ ਹੈ। ਜਿਵੇਂ ਆਹ ਗਲਤੀ ਕਰਵਾ ਲਈ, ਇੱਥੇ ਵੀ ਕਈ ਫਸਣਗੇ ਐਵੇਂ ਕਿ ਕਿਹੜੀ ਕਮੇਟੀ ਨੇ ਇਹ ਕਿਹਾ ਸੀਗਾ ਕਿ ਸਟੇਟਾਂ ਦੀ ਰੀਆਰਗਨਾਈਜੇਸ਼ਨ ਭਾਸ਼ਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਭਾਸ਼ਾ ਦੇ ਆਧਾਰ 'ਤੇ 3 ਕਮੇਟੀਆਂ ਬਣੀਆਂ ਸੀ, ਨੋ ਡਾਊਟ ਆ ਵੀ, ਪਰ ਇਹਨੂੰ ਛੱਡ ਕੇ ਬਾਕੀ ਦੋਵਾਂ ਨੇ ਕਿਹਾ ਸੀ ਕਿ ਸਟੇਟਾਂ ਦੀ ਰੀਆਰਗਨਾਈਜੇਸ਼ਨ ਭਾਸ਼ਾ ਦੇ ਆਧਾਰ 'ਤੇ ਨਹੀਂ ਹੋਣੀ ਚਾਹੀਦੀ। ਸੋ ਓਨਲੀ 3 ਇਜ਼ ਦੀ ਕਰੈਕਟ ਆਨਸਰ। ਪੇਪਰ 'ਚ ਇਹ ਵੀ ਆ ਸਕਦਾ ਕਿ ਕਰਨੌਲਜੀ ਦੱਸੋ ਪਹਿਲਾਂ ਕਿਹੜੀ, ਬਾਅਦ 'ਚ ਕਿਹੜੀ, 1 2 3, ਉਹ ਤਾਂ ਸਿੱਧੀ ਪਈ ਹੈ। ਪੇਪਰ 'ਚ ਇਹ ਵੀ ਆ ਸਕਦਾ ਸੀ ਕਿ ਭਾਸ਼ਾ ਦੇ ਆਧਾਰ 'ਤੇ ਸਟੇਟਾਂ ਦੀ ਵੰਡ ਲਈ ਕਿੰਨੀਆਂ ਕਮੇਟੀਆਂ ਬਣੀਆਂ, 3। ਪਰ ਕਿੰਨੇ ਕਿਹਾ ਸੀ ਕਿ ਭਾਸ਼ਾ ਦੇ ਆਧਾਰ 'ਤੇ ਵੰਡ ਹੋ ਸਕਦੀ ਆ? ਤਾਂ ਫਜ਼ਲ ਅਲੀ ਨੇ, ਉਹਨੇ ਵੀ ਇਹ ਕਿਹਾ ਸੀ ਕਿ ਭਾਸ਼ਾ ਦੇ ਆਧਾਰ 'ਤੇ ਵੰਡ ਹੋ ਸਕਦੀ ਆ, ਪਰ ਇੱਕ ਸਟੇਟ ਇਜ਼ ਇਕੁਅਲ ਟੂ ਇੱਕ ਭਾਸ਼ਾ ਇਜ਼ ਇਕੁਅਲ ਟੂ ਇੱਕ ਸਟੇਟ, ਇਹ ਨਹੀਂ ਹੋਣ ਦਊਂਗਾ ਮੈਂ। ਸੋ ਖੈਰ ਆਹ ਗੱਲ ਕਲੀਅਰ ਹੋ ਗਈ। ਨੈਕਸਟ ਅੱਗੇ ਆ ਜਾਓ। ਕਹਿੰਦਾ ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਸਟੇਟਾਂ ਬਣੀਆਂ, ਸਭ ਨੂੰ ਪਤਾ ਹੈ, ਤੇ ਲੈਕਚਰ ਬੜੀ ਡਿਟੇਲ 'ਚ ਲਾਇਆ ਕਿਹੜੀ ਕਦੋਂ ਬਣੀ ਯਾਰ। ਹੁਣ ਇਹਦੇ 'ਚ ਕੀ ਆ, 66 ਦੇ ਵਿੱਚ ਇਹ ਬਣੀ ਆ, ਗੋਆ ਜਾ ਕੇ 87 'ਚ ਬਣੀ ਆ, ਨਾਗਾਲੈਂਡ 63 'ਚ ਹੀ ਬਣ ਗਈ ਸੀ, ਤੇ ਸਿੱਕਿਮ ਜਾ ਕੇ 75 'ਚ ਬਣੀ ਆ।
ਹੁਣ ਮੈਂ ਕੀ ਸਟੋਰੀ ਸੁਣਾਵਾਂ ਇਹਨਾਂ ਦੀ, ਠੀਕ ਆ। ਚੁਗਿਆਲ ਤੋਂ ਕਿਵੇਂ ਸਿੱਕਮ ਖੋਇਆ ਅਸੀਂ, ਸਾਰੀ ਸਟੋਰੀ ਦੱਸੀ ਆ, ਕਿਵੇਂ 35ਵੀਂ 36ਵੀਂ ਅਮੈਂਡਮੈਂਟ ਹੋਈ, ਤੇ ਨਾਲੇ ਮੈਂ ਇਹ ਵੀ ਦੱਸਿਆ ਹੋਇਆ ਉਹਦੇ 'ਚ ਕਿ ਕਿਵੇਂ ਆਰਟੀਕਲ 2A ਐਡ ਹੋਇਆ। ਸੋ ਸਟੋਰੀ ਨੂੰ ਥੋੜ੍ਹਾ ਜਿਹਾ ਜ਼ਿਆਦਾ ਬਰੀਕੀ ਨਾਲ ਦੇਖਿਓ, ਮਤਲਬ ਕਿਤੇ ਕੱਚ ਰਹਿ ਨਾ ਜਾਵੇ, ਬਸ ਇਹ ਆਪਣੇ ਵਾਸਤੇ ਜ਼ਰੂਰੀ ਕਿ ਕਹਾਣੀ ਕੀ ਸੀਗੀ। ਨੈਕਸਟ, ਉਸ ਤੋਂ ਬਾਅਦ ਅੱਗੇ ਆ ਗਿਆ ਨਾਗਰਿਕਤਾ ਸੋਧ ਬਿੱਲ 2019, ਜਿਸ 'ਚ ਬੜਾ ਕਲੇਸ਼ ਪਿਆ ਸੀਗਾ, ਯਾਦ ਆ। ਇਹਦੇ 'ਚ ਇੱਕ ਰੌਲਾ ਤਾਂ ਇਹ ਸੀਗਾ ਕਿ ਤੁਸੀਂ ਇਹ 4 ਦੇਸ਼ਾਂ ਤੋਂ, ਕਿਹੜੇ 4 ਦੇਸ਼, ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਤੇ ਆਪਣਾ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਤੇ ਸ਼ਾਇਦ ਇੱਕ ਚੌਥਾ ਦੇਸ਼ ਕਿਹੜਾ ਸੀ, ਮੇਰੇ ਦਿਮਾਗ 'ਚੋਂ ਸਕਿਪ ਹੋ ਗਿਆ, ਸੌਰੀ, ਠੀਕ ਆ। ਕਿ ਇਹਨਾਂ 4 ਦੇਸ਼ਾਂ ਤੋਂ, ਆਈ ਥਿੰਕ ਨਾਲ ਬਰਮਾ ਸੀਗਾ, ਠੀਕ ਆ। ਇਹਨਾਂ 4 ਦੇਸ਼ਾਂ ਤੋਂ ਆਉਣ ਵਾਲੇ ਈਸਾਈ, ਸਿੱਖ, ਹਿੰਦੂ, ਜੈਨੀ, ਬੋਧੀ, ਪਾਰਸੀ, ਮੁਸਲਮਾਨਾਂ ਨੂੰ ਛੱਡ ਕੇ, ਕਿ ਉਹਨਾਂ ਨੂੰ ਨਾਗਰਿਕਤਾ 'ਚ ਇੱਕ ਡਿਸਕਾਊਂਟ ਮਿਲ ਗਿਆ ਸੀ ਨੈਚੁਰਲਾਈਜੇਸ਼ਨ 'ਚ, ਕਿ ਉਹਨਾਂ ਨੂੰ ਭਾਰਤ 'ਚ ਬਿਨਾਂ ਕਾਗਜ਼ਾਂ ਤੋਂ ਜਿਹੜੇ ਬੰਦੇ ਭਾਰਤ 'ਚ ਨਾਗਰਿਕਤਾ ਲੈਣ ਆਉਂਦੇ ਆ, ਉਹਨਾਂ ਨੂੰ ਭਾਰਤ 'ਚ 11 ਸਾਲ ਰਹਿਣਾ ਜ਼ਰੂਰੀ ਹੁੰਦਾ ਸੀ। ਇੱਥੇ ਛੂਟ ਦੇ ਕੇ ਉਹਨਾਂ ਨੂੰ ਸਿਰਫ 6 ਸਾਲ 5 ਸਾਲ ਦਾ ਡਿਸਕਾਊਂਟ ਮਿਲ ਗਿਆ। ਇੱਕ, ਜਿਹੜੇ ਭਾਰਤ ਦੇ ਵਿੱਚ ਲੋਕ ਬਾਹਰ ਚਲੇ ਜਾਂਦੇ ਆ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲੈਂਦੇ, ਤਾਂ ਉਹਨਾਂ ਦਾ ਇੰਡੀਆ 'ਚ ਨਾਗਰਿਕਤਾ ਤਾਂ ਨਹੀਂ ਰਹਿੰਦੀ, ਪਰ OCI ਕਾਰਡ ਬਣ ਸਕਦਾ ਹੈ। ਉਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਤੋਂ ਕੋਈ ਪਰਚਾ ਪੁਰਚਾ ਇੰਡੀਆ 'ਚ ਪੈ ਗਿਆ ਤਾਂ ਤੁਹਾਡਾ OCI ਕਾਰਡ ਸਰਕਾਰ ਖਾਰਜ ਕਰ ਸਕਦੀ ਹੈ। ਤੀਜਾ, ਭਾਰਤ ਦੇ ਵਿੱਚ ਨਾ ਨਾਰਥ ਈਸਟ 'ਚ ਇੱਕ ਇਨਰ ਪਰਮਿਟ ਲਾਈਨ ਆ, ਜਿੱਥੇ ਅੰਗਰੇਜ਼ ਲੋਕਾਂ ਨੂੰ, ਆਮ ਲੋਕਾਂ ਨੂੰ ਨਹੀਂ ਜਾਣ ਦਿੰਦੇ ਸੀ ਪੁਰਾਣੇ ਵੇਲਿਆਂ 'ਚ, ਠੀਕ ਆ। ਸੋ ਇਨਰ ਪਰਮਿਟ ਲਾਈਨ ਦੇ ਅੰਦਰ ਦਾ ਇੱਕ ਇਸ਼ੂ ਕ੍ਰੀਏਟ ਹੋ ਗਿਆ ਸੀ ਕਿ ਕਿੱਥੇ ਕਿਵੇਂ ਇਹ ਮੈਂ ਪੂਰੀ 19 ਵਾਲੇ ਐਕਟ ਨੂੰ ਇੰਨੀ ਡਿਟੇਲ 'ਚ ਪੜ੍ਹਾਇਆ ਹੋਇਆ ਨਾ, ਸਿਟੀਜ਼ਨਸ਼ਿਪ ਵਾਲੇ ਲੈਕਚਰ ਦਾ ਲਾਸਟ ਵੀਡੀਓ ਆ, ਸੋ ਉੱਥੋਂ ਰੱਟਾ ਮਾਰਿਓ। ਕਹਿੰਦਾ ਇਸ ਐਕਟ ਨੇ ਕਾਮਨਵੈਲਥ ਦੀ ਨਾਗਰਿਕਤਾ ਖਤਮ ਕਰਤੀ ਸੀ। ਉਹ ਕਾਮਨਵੈਲਥ ਦੀ ਨਾਗਰਿਕਤਾ ਦਾ ਕਲੌਜ਼ 1955 ਦੇ ਐਕਟ 'ਚ ਆਇਆ ਸੀ ਅਤੇ 3 ਵਾਲੇ 'ਚ ਮੁੱਕ ਗਿਆ ਸੀ। ਸੋ ਆਹ ਗਲਤ। ਇਸ ਐਕਟ ਨੇ ਕੁਛ ਕੁ ਧਾਰਮਿਕ ਬਰਾਦਰੀਆਂ ਨੂੰ ਜੋ ਇੰਡੀਆ 'ਚ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਉਣਗੇ, ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਕੁਛ ਡਿਸਕਾਊਂਟ ਦੇਤਾ ਸੀ। ਸੋ ਇਹਦੇ 'ਚ ਆਪਣਾ ਦੂਸਰਾ ਸਹੀ ਆ। ਸੋ ਮੈਨੂੰ ਲੱਗ ਰਿਹਾ ਸੀਗਾ ਕਿ 4 ਦੇਸ਼ ਨੇ, ਪਰ ਸਿਰਫ 3 ਹੀ ਦੇਸ਼ ਆ। ਸੋ ਮੈਂ ਉਲਝ ਗਿਆ ਸੀ ਕਿ ਸ਼ਾਇਦ ਕੋਈ ਚੌਥਾ ਦੇਸ਼ ਵੀ ਹੈਗਾ ਹੈ। ਇਹਨਾਂ 3 ਦੇਸ਼ਾਂ 'ਚੋਂ 5 ਧਰਮਾਂ ਵਾਲਿਆਂ ਨੂੰ 11 ਸਾਲ ਦੀ ਬਾਏ 6 ਸਾਲ ਦਾ ਡਿਸਕਾਊਂਟ ਮਿਲ ਗਿਆ ਸੀਗਾ, ਪਰ ਮੁਸਲਮਾਨਾਂ ਨੂੰ ਨਹੀਂ ਮਿਲਿਆ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਸੋ ਮੈਂ ਬੜੀ ਡਿਟੇਲ 'ਚ ਪੜ੍ਹਾਈ ਯਾਰ ਇਹ ਗੱਲ, ਠੀਕ ਆ, ਕਿ ਇਹਦੇ 'ਚ ਕੀ ਇਸ਼ੂ ਸੀਗਾ। ਫਿਰ ਇਹਨੂੰ ਇਹ CAA ਖਤਰਨਾਕ ਨਹੀਂ ਸੀਗਾ, ਇਹ CAA ਜਦੋਂ NRC ਨਾਲ ਜੁੜ ਜੂਗਾ ਫਿਰ ਖਤਰਨਾਕ ਆ। ਲੈਕਚਰ ਲਾਇਓ, ਬੜਾ ਕਲੀਅਰ ਹੋਊਗਾ। ਨਾਲੇ ਦੂਜੀ ਗੱਲ ਹੋਰ ਦੱਸ ਦਿੰਦਾ, ਇਹਦੇ ਅਜੇ ਤੱਕ ਰੂਲਸ ਨਹੀਂ ਬਣੇ। ਐਕਟ ਪਾਸ ਹੋ ਗਿਆ, ਪਰ ਸਰਕਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਸ਼ਾਹੀਨ ਬਾਗ ਮੋਰਚੇ ਤੋਂ ਬਾਅਦ ਇਹਦੇ ਰੂਲਸ ਬਣਾ ਸਕੇ। ਸੋ ਐਵੇਂ ਦੀਆਂ ਵੀ ਗੱਲਾਂ ਚੱਲੀਆਂ। ਖੈਰ ਅੱਗੇ ਆ ਜਾਓ। ਕਹਿੰਦੇ ਬੁਨਿਆਦੀ ਹੱਕ, ਜ਼ਿੰਮੇਵਾਰੀਆਂ, ਸਾਡੇ ਜ਼ਿੰਮੇਵਾਰੀਆਂ ਜਿਹੜੀਆਂ, ਉਹਨਾਂ ਦੀਆਂ ਲੀਗਲ ਪ੍ਰੋਵੀਜ਼ਨਸ ਨੂੰ ਲੈ ਕੇ ਭਾਰਤ 'ਚ ਕਿਹੜੇ ਐਕਟ ਆ, ਕੀ ਇਹ ਐਕਟ ਸਾਡੀਆਂ ਫੰਡਾਮੈਂਟਲ ਡਿਊਟੀਜ਼ ਅਤੇ ਲੀਗਲ ਓਬਲੀਗੇਸ਼ਨਸ ਲਾਉਂਦੇ ਆ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਲਾਉਂਦਾ ਹੈ। ਤੁਸੀਂ ਕਹੋਗੇ ਕਿਵੇਂ? ਆਪਣੇ ਇੱਕ ਦੇਸ਼ ਦੇ ਵਿੱਚ ਫੰਡਾਮੈਂਟਲ ਡਿਊਟੀ ਆ, ਜੰਗਲੀ ਜੀਵਾਂ ਨੂੰ ਲੋਕ ਵੀ ਪ੍ਰੋਟੈਕਟ ਕਰਨਗੇ, ਲੋਕਾਂ ਦੀ ਵੀ ਜ਼ਿੰਮੇਵਾਰੀ ਆ। ਸੋ ਉਹਦੇ ਵਾਸਤੇ ਆਹ ਕਾਨੂੰਨ ਹੈਗਾ ਹੈ। ਅਸੀਂ ਇੱਕ ਜ਼ਿੰਮੇਵਾਰੀ ਆ, ਨੈਸ਼ਨਲ ਐਂਥਮ ਦਾ ਸਤਿਕਾਰ ਕਰਾਂਗੇ। ਸੋ ਉਹਦੇ ਵਾਸਤੇ ਆਹ ਵਾਲਾ ਐਕਟ 1971 ਦਾ ਕੰਮ ਆਉਂਦਾ ਹੈ। ਉਸ ਡਿਊਟੀ ਨੂੰ ਲੈ ਕੇ ਭਾਰਤ ਦੇ ਵਿੱਚ ਇੱਕ ਡਿਊਟੀ ਇਹ ਆ ਕਿ ਅਸੀਂ ਆਪਸ 'ਚ ਇੱਕ ਦੂਜੇ 'ਚ ਕਦੀ ਵੀ ਇਹੋ ਜਿਹਾ ਮਾਹੌਲ ਨਹੀਂ ਪੈਦਾ ਕਰਾਂਗੇ ਜੋ ਅਰਾਜਕਤਾ ਵੱਲ ਲੈ ਕੇ ਜਾਵੇ। ਇਹ ਡਿਊਟੀ ਆ ਸਾਡੀ। ਅਤੇ ਉਹ ਬਕਾਇਦਾ RPA ਐਕਟ 1951 'ਚ ਲਿਖਿਆ ਵੀ ਹੋਇਆ ਹੈ, ਲੋਕ ਪ੍ਰਤੀਨਿਧਿਤਵ ਅਧੀਨੀਅਮ 1951 'ਚ, ਕਿ ਜੇ ਕੋਈ MP MLA ਜਾਂ ਕੋਈ ਵੀ ਲੀਡਰ ਲੋਕਾਂ 'ਚ ਫੁੱਟ ਪਾਉਂਦਾ ਪਾਇਆ ਗਿਆ ਤਾਂ ਉੱਤੇ ਕਾਰਵਾਈ ਹੋਊਗੀ। ਸੋ ਕਿਵੇਂ ਸਾਨੂੰ DPS, ਸਾਨੂੰ ਫੰਡਾਮੈਂਟਲ ਡਿਊਟੀਜ਼ ਯਾਦ ਆ, ਅੱਛਾ ਆਹ ਡਿਊਟੀ ਹੈਗੀ ਆ, ਅੱਛਾ ਇਹਦੇ ਲਈ ਰੋਕਥਾਮ ਲਈ ਆਹ ਐਕਟ ਹੈਗਾ ਹੈ। ਫੰਡਾਮੈਂਟਲ ਡਿਊਟੀਜ਼ 'ਤੇ ਡਾਇਰੈਕਟਲੀ ਕੋਈ ਕਾਨੂੰਨ ਨਹੀਂ ਹੈਗਾ ਕਿ ਜਿਹੜਾ ਫੰਡਾਮੈਂਟਲ ਡਿਊਟੀਜ਼ ਨੂੰ ਬਾਈਂਡਿੰਗ ਕਰਦਾ ਤੁਹਾਡੇ 'ਤੇ, ਪਰ ਵੱਖਰੇ ਤਰੀਕਿਆਂ ਨਾਲ ਫੰਡਾਮੈਂਟਲ ਡਿਊਟੀਜ਼ 'ਤੇ ਬਾਈਂਡਿੰਗਸ ਹੈਗੀਆਂ ਨੇ। ਉਹ ਦੇਖੋ ਕਿੱਡਾ ਟੈਕਨੀਕਲ ਸਵਾਲ ਸੀਗਾ। ਸੋ ਆਨਸਰ ਡਿਸਕਸ ਹੋ ਗਿਆ 1 2 ਅਤੇ 3। ਨੈਕਸਟ, ਉਸ ਤੋਂ ਬਾਅਦ ਕਹਿੰਦਾ 44ਵੀਂ ਸੋਧ ਨਾਲ ਕਿਹੜੀ ਚੀਜ਼ ਮੋਰਾਰਜੀ ਦੇਸਾਈ ਨੇ ਐਡ ਕੀਤੀ। ਕਹਿੰਦਾ ਇਹਦੇ ਨਾਲ ਕੀ ਹੋ ਗਿਆ ਕਿ ਇੱਕ ਨਵਾਂ DPSP ਐਡ ਹੋਇਆ, ਜਿਹੜਾ ਕਿ ਸਟੇਟਸ ਨੂੰ ਇਨਇਕੁਐਲਿਟੀ ਖਤਮ ਕਰਨ ਵਾਸਤੇ ਕਹਿੰਦਾ ਸੀ।
ਦੂਜੀ ਗੱਲ ਇਹ ਗਰੰਟੀ ਕੰਪਨਸੇਸ਼ਨ ਦਿੰਦਾ ਸੀਗਾ ਮਾਈਨੋਰਟੀ ਇੰਸਟੀਟਿਊਟਸ ਨੂੰ ਜੇ ਉਹਨਾਂ ਦੀ ਜ਼ਮੀਨ ਐਕਵਾਇਰ ਹੁੰਦੀ ਹੈ। ਇਹਨੇ ਜੁਡੀਸ਼ੀਅਲ ਇਮਿਊਨਿਟੀ ਜਿਹੜੀ ਸੀ ਉਹਨੂੰ ਰਿਵੋਕ ਕਰਤਾ ਸੀਗਾ। ਦੇਖੋ ਸਭ ਤੋਂ ਪਹਿਲੀ ਗੱਲ ਕਹਿੰਦੇ ਕਿ ਆਪਾਂ ਨੂੰ ਪਤਾ ਹੈ ਕਿ ਐਮਰਜੈਂਸੀ ਦੇ ਦੌਰਾਨ ਜਿਹੜੀ ਜੁਡੀਸ਼ੀਅਲ ਇਮਿਊਨਿਟੀ ਹੈ ਨਾ ਉਹ ਮਿਲ ਗਈ ਸੀ ਬਹੁਤ ਐਕਟਾਂ ਨੂੰ ਕਿ ਤੁਹਾਡੀ ਜੁਡੀਸ਼ੀਅਲ ਸਕਰੂਟਨੀ ਨਹੀਂ ਹੋ ਸਕਦੀ। ਮੁਰਾਰਜੀ ਦੇਸਾਈ ਦੀ ਸਰਕਾਰ ਨੇ 43ਵੀਂ ਅਮੈਂਡਮੈਂਟ ਨਾਲ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਉਹਨਾਂ ਦੀ ਕੌਨਸਟੀਟਿਊਸ਼ਨ ਨੂੰ ਰੀਵਿਊ ਕਰਨ ਦੀ ਪਾਵਰ ਵਾਪਸ ਕਰਤੀ ਤੇ ਬਾਕੀ ਦੋਵੇਂ ਚੀਜ਼ਾਂ ਵਾਪਸ ਕਰਤੀਆਂ 44ਵੀਂ ਅਮੈਂਡਮੈਂਟ ਨਾਲ। ਸੋ ਇਹਦੇ ਨਾਲ 44ਵੀਂ ਅਮੈਂਡਮੈਂਟ 'ਚ ਉਹਨਾਂ ਨੇ ਇੱਕ ਕਲੌਜ਼ ਐਡ ਕਰਤਾ ਕਿ ਹਾਂ ਅੱਜ ਤੋਂ ਬਾਅਦ ਇਹ ਜ਼ਿੰਮੇਵਾਰੀ ਹੈ ਸਰਕਾਰ ਦੀ ਕਿ ਉਹ ਕਿਸੇ ਵੀ ਤਰੀਕੇ ਨਾਲ ਇਨਇਕੁਐਲਿਟੀ ਨੂੰ ਘਟਾਉਣ ਲਈ ਵਚਨਬੱਧ ਰਹੇ। ਪਲੱਸ 44ਵੀਂ ਅਮੈਂਡਮੈਂਟ ਨਾਲ ਜਦੋਂ ਰਾਈਟ ਟੂ ਪ੍ਰੋਪਰਟੀ ਖਤਮ ਕੀਤਾ ਤੇ ਨਾਲ ਇੱਕ ਕਲੌਜ਼ ਇਹ ਵੀ ਐਡ ਕਰਤਾ ਕਿ ਇਹ ਪੂਰੀ ਗਰੰਟੀ ਦਊਗੀ ਸਟੇਟ ਕਿ ਜੇ ਕਿਸੇ ਘੱਟ ਗਿਣਤੀ ਅਦਾਰੇ ਦੀ ਜ਼ਮੀਨ ਐਕਵਾਇਰ ਹੋਈ ਆ ਉਹਨੂੰ ਪੂਰਾ ਰਾਈਟ ਮਿਲੂਗਾ, ਪੂਰੇ ਪੈਸੇ ਮਿਲਣਗੇ। ਪਲੱਸ ਜੇ ਕਿਸੇ ਬੰਦੇ ਦੀ ਨਜਾਇਜ਼ ਤੋਂ ਵੱਧ ਜ਼ਮੀਨ, ਸਰਕਾਰ ਇੱਕ ਲਿਮਿਟ ਤੋਂ ਵੱਧ ਜ਼ਮੀਨ ਨੂੰ ਲੋਕਾਂ ਕੋਲ ਨਜਾਇਜ਼ ਮੰਨਦੀ ਆ, ਜੇ ਉਹਦੇ ਤੋਂ ਘੱਟ ਜ਼ਮੀਨ ਆ ਲੋਕ ਕਿਸੇ ਕੋਲ ਤੇ ਉਹ ਐਕਵਾਇਰ ਹੋ ਗਈ ਉਹਦਾ ਵੀ ਪੱਕਾ ਰੇਟ ਸਰਕਾਰ ਉਹਨੂੰ ਦਊਗੀ। ਪਲੱਸ ਜੇ ਕਿਸੇ ਦਾ ਘਰ ਐਕਵਾਇਰ ਹੋ ਗਿਆ ਉਹਦਾ ਵੀ ਪੱਕਾ ਮੁਆਵਜ਼ਾ ਸਰਕਾਰ ਦਊਗੀ। ਤਿੰਨ ਚੀਜ਼ਾਂ ਦਾ ਮੁਆਵਜ਼ਾ 44ਵੀਂ ਅਮੈਂਡਮੈਂਟ 'ਚ ਤੈਅ ਹੋਇਆ ਸੀ, ਫਿਰ ਜਾ ਕੇ ਰਾਈਟ ਟੂ ਪ੍ਰੋਪਰਟੀ ਨੂੰ ਰਿਪੀਲ ਕੀਤਾ ਗਿਆ। ਸੋ ਐਵੇਂ ਨਹੀਂ ਗੇ, ਬਹੁਤ ਡਿਟੇਲ 'ਚ ਗੱਲਾਂ ਹੁੰਦੀਆਂ। ਸੋ ਸਾਨੂੰ ਬੜੀ ਕਲੈਰਿਟੀ ਹੋਣੀ ਚਾਹੀਦੀ ਹੈ। ਨੈਕਸਟ ਅੱਗੇ ਆ ਜਾਓ, ਆ ਸਾਰੀ ਸਟੋਰੀ ਸਮਝਾਤੀ ਮੈਂ। ਸਮਾਨਤਾ ਦੇ ਅਧਿਕਾਰ ਨੂੰ ਲੈ ਕੇ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਆ? ਕਹਿੰਦਾ ਦੋਵਾਂ ਅਨੁਛੇਦਾਂ ਦੇ ਤਹਿਤ ਸਟੇਟ ਕਿਸੇ ਵੀ ਨਾਗਰਿਕ ਦੇ ਖਿਲਾਫ ਇਹਨਾਂ ਚੀਜ਼ਾਂ ਦੇ ਆਧਾਰ 'ਤੇ, ਸਿਰਫ ਇਹਨਾਂ ਚੀਜ਼ਾਂ ਦੇ ਆਧਾਰ 'ਤੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੀ। ਨਹੀਂ, ਇਹ ਚੀਜ਼ 15ਵੇਂ ਆਰਟੀਕਲ 'ਚ ਆ ਤੇ 16ਵੇਂ ਆਰਟੀਕਲ 'ਚ ਡਿਸਕ੍ਰਿਮੀਨੇਸ਼ਨ ਨਹੀਂ, ਇਕੁਅਲ ਓਪਰਚੁਨਿਟੀਜ਼ ਦੀ ਗੱਲ ਆ। ਸੋ ਦੋਵਾਂ ਆਰਟੀਕਲਸ ਦੀ ਬਜਾਏ ਇਹ ਸਿਰਫ 15ਵੇਂ ਆਰਟੀਕਲ ਦਾ ਕਲੌਜ਼ ਆ। ਕਹਿੰਦਾ ਦੋਵਾਂ ਆਰਟੀਕਲਸ ਦੇ ਤਹਿਤ ਸਟੇਟ ਨੂੰ ਅਲਾਓ ਕਰਦੀ ਹੈ ਕਿ ਵੀਮਨ ਤੇ ਚਿਲਡਰਨਸ ਵਾਸਤੇ ਸਰਕਾਰ ਸਪੈਸ਼ਲ ਪ੍ਰੋਵੀਜ਼ਨ ਕਰੇ। ਇਹ ਕਲੌਜ਼ ਵੀ 15(4) 'ਚ ਆ, 16 'ਚ ਇਹਦਾ ਕੋਈ ਜ਼ਿਕਰ ਨਹੀਂ। ਸੋ ਟੈਕਨੀਕਲੀ ਆਪਾਂ ਨੂੰ ਕਿਵੇਂ ਕਨਫਿਊਜ਼ ਕੀਤਾ ਜਾ ਸਕਦਾ ਹੈ ਇਹੋ ਜਿਹੇ ਸਵਾਲਾਂ ਦੇ ਵਿੱਚ, ਠੀਕ ਆ। ਸੋ ਸਾਨੂੰ ਬਹੁਤ ਸੀਰੀਅਸਲੀ 15 ਤੇ 16 'ਚ ਤਾਂ ਕਨਫਿਊਜ਼ਨ ਬਹੁਤ ਆ। ਦੁਬਾਰਾ ਜਾ ਕੇ ਲੈਕਚਰ 15 ਤੇ 16 ਵਾਲਾ ਹਿੱਸਾ ਸੁਣੋ ਕਿ ਉਹਦੇ 'ਚ ਕੀ ਕਿਹਾ ਮੈਂ। ਸੋ ਬਹੁਤ ਇੰਪੋਰਟੈਂਟ ਕੁਐਸਚਨ ਸੀਗਾ ਇਹ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ। ਕਹਿੰਦਾ 1950 ਤੋਂ ਲੈ ਕੇ 56 ਤੱਕ ਜਿਹੜਾ ਸਾਡਾ ਸਟੇਟਾਂ ਦਾ ਸਿਸਟਮ ਚੱਲਿਆ, ਪਾਰਟ ਏ ਦੀਆਂ ਸਟੇਟਾਂ 'ਚ ਦਿੱਲੀ ਸੀਗਾ? ਬਿਲਕੁਲ ਨਹੀਂ ਸੀਗਾ। ਪਾਰਟ ਏ ਸੀ ਜਿਹੜੀਆਂ ਸਾਡੇ ਦੇਸ਼ ਦੀਆਂ ਓਰੀਜਨਲ ਸਟੇਟਸ ਸੀਗੀਆਂ, ਨਾ ਕਿ ਚੀਫ ਕਮਿਸ਼ਨਰ ਪ੍ਰੋਵਿੰਸ। ਪਾਰਟ ਬੀ 'ਚ ਜੰਮੂ ਕਸ਼ਮੀਰ ਸੀਗਾ ਬਿਕੋਜ਼ ਇਹ ਪ੍ਰਿੰਸਲੀ ਸਟੇਟ ਸੀ। ਪਾਰਟ ਸੀ ਦੇ ਵਿੱਚ ਸਿਰਫ ਯੂਨੀਅਨ ਟੈਰੀਟਰੀਜ਼ ਸੀਗੀਆਂ, ਬਿਹਾਰ ਤਾਂ ਏ 'ਚ ਸੀ। ਪਾਰਟ ਡੀ ਦੇ ਵਿੱਚ ਸਾਡੀਆਂ ਅੰਡੇਮਾਨ ਨਿਕੋਬਾਰ ਜਿਹੜੀਆਂ ਪਾਣੀ ਵਾਲੀਆਂ ਟੈਰੀਟਰੀਜ਼ ਉਹ ਪਾਰਟ ਡੀ 'ਚ ਸੀਗੀਆਂ। ਤਾਂ ਬਿਲਕੁਲ ਪਾਰਟ ਡੀ 'ਚ ਅੰਡੇਮਾਨ ਨਿਕੋਬਾਰ ਸੀ। 2 ਤੇ 4। ਸੋ ਕਿਹੜੀਆਂ ਸਟੇਟਾਂ ਕਿੱਥੇ ਸੀ ਤੇ ਕੀ ਹਿਸਾਬ ਕਿਤਾਬ ਸੀ ਤੁਹਾਡੇ ਸਾਹਮਣੇ ਰੱਖਤਾ ਮੈਂ। ਸੋ ਪਲੀਜ਼ ਇਹਨੂੰ ਜ਼ਰੂਰ ਦੇਖਿਓ। ਕਹਿੰਦੇ ਧਰਮ ਦੀ ਆਜ਼ਾਦੀ ਨੂੰ ਲੈ ਕੇ ਸੰਵਿਧਾਨ 'ਚ ਜੋ ਗੱਲਾਂ ਨੇ ਉਹਦੇ ਸੰਦਰਭ 'ਚ ਕੀ ਕਿਹਾ ਗਿਆ ਹੈ? ਕਹਿੰਦੇ ਰਾਈਟ ਟੂ ਪ੍ਰੋਫੈਸ ਐਂਡ ਪ੍ਰੈਕਟਿਸ ਐਨੀ ਰਿਲੀਜਨ ਇਜ਼ ਐਬਸਲਿਊਟ। ਤੁਹਾਡਾ ਆਪਣੇ ਧਰਮ ਨੂੰ ਪ੍ਰੈਕਟਿਸ ਕਰਨਾ ਬਿਲਕੁਲ ਐਬਸਲਿਊਟ ਆ, ਅੰਤਹੀਨ ਆ। ਨਹੀਂ, ਉਹ ਕਿਸੇ ਨੂੰ ਚੋਟ ਨਾ ਪਹੁੰਚਾਵੇ, ਸਿਰਫ ਉੱਥੋਂ ਤੱਕ ਆ। ਤੁਸੀਂ ਸਟੇਟ ਜਿਹੜੀ ਆ ਜੇ ਉਹ ਧਰਮ 'ਤੇ ਕੋਈ ਟੈਕਸ ਇਕੱਠਾ ਕਰਦੀ ਹੈ, ਜੋ ਵੀ ਟੈਕਸ ਇਕੱਠਾ ਕਰਦੀ ਆ ਉਹ ਸਾਰੇ ਧਰਮਾਂ ਦੀ ਬਰਾਬਰ ਪ੍ਰਮੋਸ਼ਨ ਵਾਸਤੇ ਆ। ਬਿਲਕੁਲ ਸਹੀ ਹੈ। ਕਿਸੇ ਇੱਕ ਧਰਮ ਨੂੰ ਸਰਕਾਰ ਪ੍ਰਮੋਟ ਨਹੀਂ ਕਰ ਸਕਦੀ, ਸਭ ਨੂੰ ਬਰਾਬਰ ਕਰੂਗੀ। ਇਹ ਭਾਰਤ 'ਚ ਕਲੌਜ਼ ਹੈਗਾ ਹੈ 27 ਆਰਟੀਕਲ। ਰਿਲੀਜੀਅਸ ਇੰਸਟਰਕਸ਼ਨਸ, ਧਾਰਮਿਕ ਪ੍ਰਚਾਰ ਜਾਂ ਧਾਰਮਿਕ ਪ੍ਰੇਅਰ, ਜਿਹੜੇ ਸੰਸਥਾਨ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨੇ ਉਹਨਾਂ 'ਚ ਬਿਲਕੁਲ ਬੈਨ ਆ, ਗਲਤ। ਜਿਹੜੇ ਸਰਕਾਰ ਦੁਆਰਾ ਚਲਾਏ ਜਾਂਦੇ ਉਹਨਾਂ 'ਚ ਬੈਨ ਆ। ਜਿਹੜੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਆ ਉਹਦੇ 'ਚ ਪਰਮਿਸ਼ਨ ਲੈ ਕੇ ਚਲਾਇਆ ਜਾ ਸਕਦਾ। ਆਰਟੀਕਲ 28 ਜੇ ਕਿਸੇ ਨੂੰ ਲੱਗਦਾ ਹੈ। ਸੋ ਆਹ ਚੀਜ਼ ਆਪਣੇ ਕੋਲ ਗਲਤ ਹੋ ਗਈ। ਉਹਨਾਂ ਨੇ ਕਿਹਾ ਕਿ ਕਿਹੜਾ ਸਹੀ ਆ। ਸੋ 3 ਗਲਤ ਹੋ ਗਿਆ ਆਪਣੇ ਕੋਲ। ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਕਿ 2 ਤਾਂ ਸਹੀ ਹੋਣਾ ਹੀ ਹੋਣਾ ਸੀਗਾ। ਸੋ 2 ਆ ਵੀ ਸਹੀ ਆ, ਆ ਵੀ ਸਹੀ ਆ। ਉਹਦੇ ਨਾਲ ਆਪਾਂ ਨੂੰ ਪਤਾ ਲੱਗ ਗਿਆ ਕਿ ਸਿਰਫ 2 ਹੀ ਸਹੀ ਆ। ਐਬਸਲਿਊਟ ਵਾਲਾ ਤਾਂ ਸਾਡੇ ਸੰਵਿਧਾਨ ਦੇ ਵਿੱਚ ਹੈ ਹੀ ਨਹੀਂ ਗੱਲਬਾਤ। ਮਤਲਬ ਸਾਡੇ ਸੰਵਿਧਾਨ 'ਚ ਸਪਸ਼ਟ ਆ ਕਿ ਕੋਈ ਵੀ ਅਧਿਕਾਰ ਤੁਹਾਨੂੰ ਹੈਗਾ ਏ, ਪਰ ਜਦੋਂ ਤੱਕ ਉਹ ਕਿਸੇ ਹੋਰ ਨੂੰ ਤੰਗ ਨਾ ਕਰੇ ਉਦੋਂ ਤੱਕ ਉਹ ਤੁਹਾਡਾ ਅਧਿਕਾਰ ਆ। ਸਮਝ ਗਏ ਨਾ ਗੱਲ? ਸੋ ਫੈਮਿਲੀ ਕੋਰਟਸ ਜੋ ਕਿ ਭਾਰਤ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਅਦਾ ਕਰ ਰਹੇ ਆ ਐਕਟ ਬਣਨ ਤੋਂ ਬਾਅਦ 84 ਤੋਂ ਬਾਅਦ। ਫੈਮਿਲੀ ਹਰ ਸਟੇਟ ਸਰਕਾਰ ਵਾਸਤੇ ਹਰ ਇੱਕ ਉਸ ਸ਼ਹਿਰ 'ਚ ਜਿਹਦੀ ਆਬਾਦੀ 10 ਲੱਖ ਤੋਂ ਵੱਧ ਆ ਉੱਥੇ ਫੈਮਿਲੀ ਕੋਰਟ ਬਣਾਉਣੀ ਕੰਪਲਸਰੀ ਆ, ਐਕਟ 'ਚ ਲਿਖਿਆ ਹੋਇਆ। ਇਹ ਫੈਮਿਲੀ
ਫੈਮਿਲੀ ਕੋਰਟਸ ਦੇ ਵਿੱਚ ਦਾ ਐਕਟ ਦੇ ਤਹਿਤ ਸੋਸ਼ਲ ਵੈਲਫੇਅਰ ਏਜੰਸੀਜ਼ ਬਣਾਉਣੀਆਂ ਪੈਣਗੀਆਂ ਤਾਂ ਕਿ ਘਰੇਲੂ ਝਗੜੇ ਜਿਹੜੇ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਸਕੇ ਰਿਜ਼ੋਲਵ ਕਰਾਉਣ ਦੀ। ਇਹਦੇ ਨਾਲ ਹਰ ਇੱਕ ਦਾ ਇਹਦੇ ਤੋਂ ਬਾਅਦ ਇਹਦੇ ਫੈਸਲੇ ਨੂੰ ਡਿਸਟ੍ਰਿਕਟ ਕੋਰਟ 'ਚ ਚੈਲੰਜ ਕੀਤਾ ਜਾ ਸਕਦਾ ਨਹੀਂ, ਇਹ ਕੀਤਾ ਜਾ ਸਕਦਾ ਸਿਰਫ ਹਾਈ ਕੋਰਟ 'ਚ, ਕਿਉਂਕਿ ਡਿਸਟ੍ਰਿਕਟ ਕੋਰਟ ਦੇ ਬਰਾਬਰ ਦੀਆਂ ਤਾਕਤਾਂ ਹੋਣਗੀਆਂ ਫੈਮਿਲੀ ਕੋਰਟ ਕੋਲ। ਸੋ ਇਹ ਚੀਜ਼ ਮੈਂ ਪੂਰੀ ਡਿਟੇਲ ਦੇ ਵਿੱਚ ਇੱਥੇ ਸਮਝਾਈ ਹੈ, ਕਿਸੇ ਨੂੰ ਕੋਈ ਡਾਊਟ ਇਹਦੇ 'ਚ ਰਹਿਣਾ ਨਹੀਂ ਚਾਹੀਦਾ। ਕਹਿੰਦੇ ਸੈਰੀਟੀਰੀਓ ਤੇ ਪ੍ਰੋਹੀਬਿਸ਼ਨ, ਇਹ ਦੋ ਪ੍ਰਕਾਰ ਦੀਆਂ ਰਿਟਾਂ ਅਸੀਂ ਪੜ੍ਹਦੇ ਹਾਂ, ਉਤਪ੍ਰੇਖਣ ਤੇ ਮਨਾਹੀ। ਇਹਨਾਂ ਦੇ ਸੰਦਰਭ ਦੇ ਵਿੱਚ ਕਹਿੰਦੇ ਇਹ ਦੋਵੇਂ ਰਿਟਾਂ ਸਿਰਫ ਤੇ ਸਿਰਫ ਜੁਡੀਸ਼ੀਅਲ ਤੇ ਕੁਆਸੀ ਜੁਡੀਸ਼ੀਅਲ ਮਤਲਬ ਅਰਧ ਨਿਆਇਕ ਅਦਾਲਤਾਂ ਭਾਵ ਟ੍ਰਿਬਿਊਨਲਸ, ਉਹਨਾਂ ਦੇ ਖਿਲਾਫ ਹੀ ਇਸ਼ੂ ਕੀਤੀਆਂ ਜਾ ਸਕਦੀਆਂ। ਜੇ ਤੁਹਾਨੂੰ ਪਤਾ ਹੋਵੇ ਕਿ ਸੈਰੀਟੀਰੀਓ ਬਾਰੇ ਸੁਪਰੀਮ ਕੋਰਟ ਇੱਕ ਫੈਸਲੇ 'ਚ ਕਹਿ ਚੁੱਕੀ ਆ, ਤੇ ਮੈਂ ਪੜ੍ਹਾਇਆ ਹੈ ਕਿ ਇਹ ਐਡਮਿਨਿਸਟ੍ਰੇਟਿਵ ਬੋਡੀਜ਼ ਦੇ ਖਿਲਾਫ ਵੀ ਪਾਈ ਜਾ ਸਕਦੀ ਹੈ। ਸੋ ਪਹਿਲੀ ਗੱਲ ਤਾਂ ਹੋ ਗਈ ਗਲਤ। ਦੋਵੇਂ ਰਿਟਸ ਜਿਹੜੀਆਂ ਨੇ ਉਹ ਪ੍ਰੀਵੈਂਟਿਵ ਵੀ ਨੇ ਤੇ ਕਿਉਰੇਟਿਵ ਵੀ ਨੇ, ਪਰ ਤੁਹਾਨੂੰ ਪਤਾ ਇਹ ਗੱਲ ਕਿ ਜਿਹੜੀ ਪ੍ਰੋਹੀਬਿਸ਼ਨ ਆ ਉਹ 'ਚ ਜੇ ਲੋਅਰ ਕੋਰਟ ਕੋਲ ਕੋਈ ਇਹੋ ਜਿਹਾ ਕੇਸ ਆ ਜਿਹੜਾ ਉਹਦੇ ਦਾਇਰੇ 'ਚ ਨਹੀਂ, ਹਾਈ ਕੋਰਟ ਫੈਸਲੇ ਤੋਂ ਪਹਿਲਾਂ ਮੰਗ ਸਕਦੀ ਹੈ, ਜਿਹਨੂੰ ਕਹਿੰਦੇ ਪ੍ਰੀਵੈਂਟਿਵ। ਤੇ ਸੈਰੀਟੀਰੀਓ ਦੋਵਾਂ ਕੇਸਾਂ 'ਚ ਪਹਿਲਾਂ ਵੀ ਤੇ ਉਹਨੂੰ ਜੇ ਫੈਸਲਾ ਆ ਵੀ ਗਿਆ ਉਹਨੂੰ ਨਲੀਫਾਈ ਵੀ ਕਰ ਸਕਦੇ ਆ। ਸੈਰੀਟੀਰੀਓ ਹੀ ਇੱਕ ਅਜਿਹੇ ਪ੍ਰਕਾਰ ਦੀ ਰਿਟ ਆ ਜਿਹੜੀ ਕਿਉਰੇਟਿਵ ਐਜ਼ ਵੈਲ ਐਜ਼ ਪ੍ਰੀਵੈਂਟਿਵ ਆ। ਤੀਸਰੀ ਗੱਲ, ਪ੍ਰੋਹੀਬਿਸ਼ਨ ਦੇ ਵਾਂਗ ਨਾ ਹੋ ਕੇ ਸੈਰੀਟੀਰੀਓ ਦੀ ਰਿਟ ਜਿਹੜੀ ਆ ਉਹ ਸਿਰਫ ਅਗਰਾਈਵਡ ਪਰੇਸ਼ਾਨ ਬੰਦਾ ਜਿਹਦੇ ਤੇ ਬੀਤ ਰਹੀ ਆ ਉਹੀ ਪਾ ਸਕਦਾ ਹੈ। ਨਹੀਂ, ਐਵੇਂ ਦੀ ਕੋਈ ਗੱਲ ਨਹੀਂ। ਦੋਵੇਂ ਹੀ ਰਿਟਾਂ ਜਿਹੜੀਆਂ ਨੇ ਉਹ ਸਿਰਫ ਅਗਰਾਈਵਡ ਪਰਸਨ ਹੀ ਪਾ ਸਕਦਾ ਹੈ। ਸਿਰਫ ਹਿਊਬਸ ਕਾਰਪਸ ਵਗੈਰਾ, ਕਿਉ ਵਾਰੰਟੋ ਕਿ ਸਾਡਾ ਬੰਦਾ ਪੇਸ਼ ਕਰੋ ਕਿੱਥੇ ਹੈ, ਉਹ ਉਹਦੇ ਨਾਲ ਸੰਬੰਧਿਤ ਹੋਰ ਕੋਈ ਵਿਅਕਤੀ ਪਾ ਸਕਦਾ, ਪਰ ਇਹਦੇ 'ਚ ਜੋ ਪੀੜਤ ਵਿਅਕਤੀ ਆ ਉਹੀ ਇਹ ਰਿਟਾਂ ਪਾ ਸਕਦਾ। ਸੋ ਤੀਸਰੀ ਦੋਵਾਂ ਬਾਰੇ ਸੇਮ ਗੱਲ ਆ। ਸੋ ਇਹਦੇ 'ਚ ਇੱਕ ਨੂੰ ਦੂਜੀ ਤੋਂ ਅੱਡ ਕੱਢ ਦਿੱਤਾ ਗਿਆ, ਇਹ ਗਲਤ ਹੋ ਗਈ, ਆ ਵੀ ਗਲਤ ਹੋ ਗਈ ਤੇ ਆ ਵੀ ਗਲਤ ਹੋ ਗਈ। ਸੋ ਉਹਨਾਂ ਨੇ ਪੁੱਛਿਆ ਸਹੀ ਕਿਹੜਾ ਹੈ, ਨਨ, ਕੋਈ ਵੀ ਸਹੀ ਨਹੀਂਗਾ। ਪੰਜੇ ਦੀਆਂ ਪੰਜੇ ਰਿਟਾਂ ਜਿਹੜੀਆਂ ਨੇ ਉਹਨੂੰ ਹੁਣ ਧਿਆਨ ਨਾਲ ਦੇਖ ਲਿਓ ਜਾ ਕੇ, ਬਿਕੋਜ਼ ਵੀਡੀਓ ਡਿਸਕਸ਼ਨ ਦਾ ਮਕਸਦ ਸਿਰਫ ਇੰਨਾ ਹੁੰਦਾ ਹੈ। ਤੇ ਕਿੱਡੇ ਸੌਖੇ ਸਵਾਲ ਆ ਤੇ ਆਮ ਜਗ੍ਹਾ ਤੇ ਆਪਾਂ ਮਾੜੀ ਗਲਤੀ ਕਰ ਜਾਂਦੇ ਹਾਂ। ਜਿਹੜੀਆਂ ਪਰਮਾਨੈਂਟ ਲੋਕ ਅਦਾਲਤਾਂ ਨੇ ਜਿਹੜੀਆਂ ਇਸ ਕਰਕੇ ਬਣੀਆਂ ਹੈ, 2000 ਤੋਂ ਬਾਅਦ ਬਣ ਗਈਆਂ ਸੀ ਸਾਡੇ ਦੇਸ਼ 'ਚ, ਇਹਦੇ 'ਚ ਕਹਿੰਦੇ ਜਿਹੜੇ ਨੌਨ ਜੁਡੀਸ਼ੀਅਲ ਗੈਰ ਨਿਆਇਕ ਮੈਂਬਰ ਹੁੰਦੇ ਆ ਉਹ ਜਿਹੜੇ ਆ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਪਬਲਿਕ ਯੂਟਿਲਿਟੀ ਸਰਵਿਸਿਜ਼ ਦੇ ਵਿੱਚ ਤਜਰਬਾ ਹੁੰਦਾ ਹੈ ਉਹ ਇਹਦੇ ਮੈਂਬਰ ਬਣ ਸਕਦੇ ਆ, ਬਿਲਕੁਲ ਬਣ ਸਕਦੇ ਆ। ਹਾਂ, ਚੇਅਰਮੈਨ ਜਿਹੜਾ ਹੈੱਡ ਹੁੰਦਾ ਹੈ ਉਹ ਜ਼ਰੂਰ ਜੁਡੀਸ਼ਰੀ 'ਚ ਹੋਣਾ ਚਾਹੀਦਾ ਹੈ। ਐਟ ਪ੍ਰੈਜ਼ੈਂਟ ਪੈਕਿਊਨਰੀ ਜੁਰੀਡਿਕਸ਼ਨ ਆਫ ਪਰਮਾਨੈਂਟ ਕੋਰਟ ਸ਼ੈਲ ਬੀ ਅਪ ਟੂ ₹1 ਕਰੋੜ, ਬਿਲਕੁਲ ਸਹੀ ਹੈ ਕਿ 1 ਕਰੋੜ ਤੱਕ ਦੇ ਫੈਸਲੇ ਇਹਦੇ ਆ ਤੇ ਇਹਦਾ ਡਿਸੀਜ਼ਨ ਫਾਈਨਲ ਹੁੰਦਾ ਹੈ ਤੇ ਦੋਵਾਂ ਪਾਰਟੀਜ਼ ਤੇ ਬਾਈਂਡਿੰਗ ਹੁੰਦਾ ਹੈ। ਸੋ ਇਹ ਵੀ ਗੱਲ ਆਪਾਂ ਨੂੰ ਬਿਲਕੁਲ ਕੀ ਆ, ਸਹੀ। ਸੋ ਆਪਣੇ ਕੋਲ ਆ ਗਿਆ ਪਹਿਲਾ ਵੀ ਸਹੀ ਆ, ਦੂਜਾ ਵੀ। ਤੇ ਜਿਹਨੂੰ ਪਰਮਾਨੈਂਟ ਲੋਕ ਅਦਾਲਤਾਂ ਬਾਰੇ ਨਹੀਂ ਪਤਾ ਉਹ ਪਲੀਜ਼ ਇੱਕ ਵਾਰ ਪੜ੍ਹ ਲੈਣ ਕਿ ਇਹਦੇ 'ਚ ਇੱਕ ਚੇਅਰਮੈਨ ਤੇ ਕੁਛ ਜੁਡੀਸ਼ੀਅਲ ਆਫੀਸਰਸ ਪਲੱਸ ਕੁਛ ਨੌਨ ਜੁਡੀਸ਼ੀਅਲ ਜਿਨ੍ਹਾਂ ਨੂੰ ਪਬਲਿਕ ਯੂਟਿਲਿਟੀਜ਼ ਜਿਵੇਂ ਬਿਜਲੀ ਨੂੰ ਲੈ ਕੇ ਫਲਾਣੇ ਹਰ ਇੱਕ ਮਹਿਕਮੇ ਨੂੰ ਲੈ ਕੇ ਪਰਮਾਨੈਂਟ ਅਦਾਲਤਾਂ ਹੈ ਜਿਹੜੀ ਕਿ ਦੋਵਾਂ ਪਾਰਟੀਆਂ ਦੀ ਕੰਸੈਂਟ ਨਾਲ ਸ਼ੁਰੂ ਹੁੰਦੀ ਹੈ ਤੇ ਫਿਰ ਦੋਵਾਂ ਤੇ ਉਹਦਾ ਫੈਸਲਾ ਬਾਈਂਡਿੰਗ ਹੁੰਦਾ ਹੈ। ਸੋ ਇਹ ਚੀਜ਼ਾਂ ਮੈਂ ਪੜ੍ਹਾਈਆਂ ਹੋਈਆਂ, ਲੋਕ ਅਦਾਲਤਾਂ ਵੀ ਰਟੋ ਤੇ ਪਰਮਾਨੈਂਟ ਲੋਕ ਅਦਾਲਤਾਂ ਵੀ। ਕਹਿੰਦੇ ਭਾਰਤ ਦੇ ਸੰਵਿਧਾਨ 'ਚ ਨਿਆਂ ਸ਼ਬਦ ਕਿੱਥੋਂ ਆਇਆ? ਰਸ਼ੀਆ ਦੀ ਕ੍ਰਾਂਤੀ ਤੋਂ, ਸਭ ਨੂੰ ਪਤਾ ਹੈ। ਅਕੇਰੀ ਨਾਗਰਿਕਤਾ ਇਹ ਅਸੀਂ UK ਤੋਂ ਚੱਕਿਆ ਹੈ, ਬਿਲਕੁਲ ਸਹੀ ਹੈ। ਲਿਬਰਟੀ ਸ਼ਬਦ ਜਿਹੜਾ ਹੈ ਆਜ਼ਾਦੀ, ਇਹ ਅਸੀਂ ਫਰਾਂਸ ਦੀ, ਲਿਬਰਟੀ ਇਕੁਐਲਿਟੀ ਤੇ ਫਰੈਟਰਨਿਟੀ, ਆਜ਼ਾਦੀ, ਸਮਾਨਤਾ ਤੇ ਭਾਈਚਾਰਾ, ਇਹ ਤਿੰਨੇ ਸ਼ਬਦ ਅਸੀਂ ਫਰਾਂਸ ਦੀ ਕ੍ਰਾਂਤੀ ਤੋਂ ਚੱਕੇ ਸੀ 1789। ਸੋ ਤਿੰਨੇ ਵਿਚ ਆਫ ਦੀ ਫੋਲੋਇੰਗ ਆਰ ਕਰੈਕਟ ਮੈਚ, ਤਿੰਨੇ ਸਹੀ ਨੇ। ਸੋ ਸਾਰੀ ਸਟੋਰੀ ਵੀ ਸੁਣਾਤੀ। 23ਵਾਂ ਸਵਾਲ, ਸਰਕਾਰ ਦੀਆਂ ਨੈਤਿਕ ਜ਼ਿੰਮੇਵਾਰੀਆਂ ਨੂੰ ਲੈ ਕੇ ਉਹਨਾਂ ਦੇ ਸੰਦਰਭ ਦੇ ਵਿੱਚ ਕਹਿੰਦੇ ਸਾਡੇ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਸਾਡੀਆਂ DPSPs ਕੁਛ ਲਿਬਰਲ ਨੇ, ਖੁੱਲ੍ਹੀ ਖਿਆਲਾਂ ਵਾਲੀਆਂ ਨੇ, ਕੁਛ ਸਮਾਜਵਾਦੀ ਨੇ ਤੇ ਕੁਛ ਗਾਂਧੀ ਦੀ ਵਿਚਾਰਧਾਰਾ ਵਾਲੀਆਂ ਹੈ। ਪਰ ਸਾਨੂੰ ਦੇਖ ਕੇ ਦੱਸੋ ਕਿ ਇਹਨਾਂ 'ਚੋਂ ਕਿਹੜੀ ਸਹੀ ਹੈ, ਮੈਚ ਕਰ ਰਹੀ ਹੈ। ਕਹਿੰਦੇ ਵਰਕਰਜ਼ ਵਾਸਤੇ ਬਰਾਬਰ ਦੇ ਹੱਕ, ਇਹ ਗੱਲ ਕਹਿਣ ਵਾਲਾ ਕੌਣ ਸੀ? ਮਾਰਕਸ। ਤੇ ਮਾਰਕਸ ਕਮਿਊਨਿਸਟ ਜਾਂ ਸੋਸ਼ਲਿਸਟ ਸੀ? ਆਹ ਤਾਂ ਇੱਧਰ ਮੈਚ ਕਰ ਗਈ। ਕਹਿੰਦੇ ਆਹ ਦਾਰੂ ਵਗੈਰਾ ਜਿਹੜੀ ਹੈ, ਨਸ਼ੇ ਨਸ਼ੂੜੇ ਛੱਡੋ, ਨਸ਼ਿਆਂ ਤੋਂ ਰੋਕਣ ਵਾਲੇ ਗਾਂਧੀ ਜੀ ਦੀ ਇਹ ਗਾਂਧੀਅਨ ਸੀਗੀ, ਦੂਜੀ ਵੀ ਗਲਤ ਹੋ ਗਈ। ਕਹਿੰਦੇ ਯੂਨੀਫਾਰਮ ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ, ਇਨਵਾਇਰਨਮੈਂਟ ਸਾਫ਼ ਰੱਖੋ, ਜੁਡੀਸ਼ਰੀ ਤੇ ਸਰਕਾਰ ਆਪਸ 'ਚ ਇੱਕ ਦੂਜੇ ਤੇ
ਟੰਗ ਨਾ ਅੜਾਵੇ ਤੇ ਸਾਡੇ ਮੋਨੂਮੈਂਟਸ ਬਚੇ ਰਹਿਣ, ਐਂਸ਼ੀਐਂਟ ਮੋਨੂਮੈਂਟਸ, ਇਹ ਸਾਰੀਆਂ DPSPs ਲਿਬਰਲ ਖਿਆਲਾਂ ਵਾਲੇ ਲੋਕਾਂ ਦੀਆਂ ਹੁੰਦੀਆਂ। ਤਿੰਨੇ ਹੀ ਗਲਤ ਨੇ। ਸੋ ਮੈਂ ਤੁਹਾਨੂੰ ਤਿੰਨਾਂ ਦੇ ਵਿੱਚ ਬੇਸਿਕ ਫਰਕ ਦੱਸਿਆ ਹੋਇਆ ਹੈ ਕਿ ਸਮਾਜਵਾਦੀ ਜ਼ਿੰਮੇਵਾਰੀਆਂ ਕੀ ਨੇ ਸਰਕਾਰ ਦੀਆਂ, ਤੇ ਲਿਬਰਲ ਖੁੱਲੇ ਦਿਲ ਨਾਲ ਖੁੱਲ੍ਹ ਖਿਆਲੀ ਜਿਹੜੀਆਂ ਨੇ ਉਹ ਕਿਹੜੀਆਂ ਨੇ, ਤੇ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਕਿਹੜੀਆਂ ਨੇ। ਸੋ ਇਹ ਕਲੀਅਰ ਹੋ ਗਿਆ ਆਪਣਾ ਪੂਰਾ, ਮੈਂ ਡਿਟੇਲ 'ਚ ਦੱਸਦੀ ਨਾਲੇ। ਮਿਸਟਰ ਐਕਸ ਇੱਕ ਭਾਰਤੀ ਨਾਗਰਿਕ, ਉਹਨੂੰ ਅਰੈਸਟ ਕੀਤਾ ਗਿਆ ਪ੍ਰੀਵੈਂਟਿਵ ਡਿਟੈਂਸ਼ਨ ਸ਼ੱਕ ਦੇ ਆਧਾਰ ਤੇ ਅਨੁਛੇਦ 22 ਦੇ ਤਹਿਤ। ਦੱਸੋ ਕਿ ਉਹਨੂੰ ਅਰੈਸਟ ਸਿਰਫ ਤੇ ਸਿਰਫ ਹੀ ਮਸਟ ਬੀ ਉਹਨੂੰ ਸਿਰਫ ਅਰੈਸਟ ਕੀਤਾ ਜਾ ਸਕਦਾ ਸੰਸਦ ਦੇ ਦੁਆਰਾ ਬਣਾਏ ਕਿਸੇ ਐਕਟ ਨਾਲ। ਪ੍ਰੀਵੈਂਟਿਵ ਡਿਟੈਂਸ਼ਨ ਨੂੰ ਲੈ ਕੇ ਪਾਰਲੀਮੈਂਟ ਤੇ ਸਟੇਟ ਲੈਜਿਸਲੇਚਰ ਦੋਵਾਂ ਕੋਲ ਤਾਕਤ ਹੈਗੀ ਆ ਲਾਅ ਬਣਾਉਣ ਦੀ। ਹਾਂ, ਜਿਹੜੇ ਸਬਜੈਕਟ ਕੇਂਦਰੀ ਸੂਚੀ 'ਚ ਉੱਥੇ ਪ੍ਰੀਵੈਂਟਿਵ ਡਿਟੈਂਸ਼ਨ ਨੂੰ ਲੈ ਕੇ ਕਾਨੂੰਨ ਸਿਰਫ ਪਾਰਲੀਮੈਂਟ ਬਣਾ ਸਕਦੀ ਹੈ, ਤੇ ਜਿਹੜੇ ਸਟੇਟ ਲਿਸਟ 'ਚ ਉੱਥੇ ਦੋਵੇਂ ਹੀ ਬਣਾ ਸਕਦੇ ਆ। ਇੰਪੋਰਟੈਂਟ ਗੱਲ ਆ, ਪ੍ਰੀਵੈਂਟਿਵ ਡਿਟੈਂਸ਼ਨ ਸ਼ੱਕ ਦੇ ਆਧਾਰ ਤੇ ਜੇ ਕੋਈ ਕਾਨੂੰਨ ਬਣਾਉਣਾ ਹੋਵੇ, ਸੋ ਸਿਰਫ ਪਾਰਲੀਮੈਂਟ ਮਸਟ, ਪਾਰਲੀਮੈਂਟ ਇਹ ਗਲਤ ਹੋ ਗਿਆ। ਦੂਜਾ, ਜਿਹੜੇ ਬੰਦੇ ਨੂੰ ਅਰੈਸਟ ਕੀਤਾ ਹੈ ਕੀ ਉਹਨੂੰ ਸਾਰੇ ਫੈਕਟਸ ਦੱਸਣੇ ਜ਼ਰੂਰੀ ਹੈ? ਨਹੀਂ। ਪ੍ਰੀਵੈਂਟਿਵ ਡਿਟੈਂਸ਼ਨ 'ਚ ਕੁਝ ਸੀਕ੍ਰੇਟ ਰੱਖਣਾ ਜ਼ਰੂਰੀ ਹੁੰਦਾ, ਕਿਉਂਕਿ ਕਈ ਵਾਰੀ ਕਿਸੇ ਬਹੁਤ ਵੱਡੇ ਖਤਰੇ ਨੂੰ ਟਾਲਣਾ ਹੁੰਦਾ ਹੈ। ਸੋ ਜ਼ਰੂਰੀ ਨਹੀਂ ਕਿ ਉਹਨੂੰ ਸਾਰੇ ਫੈਕਟ ਹੀ ਕਮਿਊਨੀਕੇਟ ਕੀਤੇ ਜਾਣ। ਡਿਟੈਂਸ਼ਨ ਜਿਹੜੀ ਆ 3 ਮਹੀਨੇ ਤੋਂ ਨਹੀਂ ਵਧਾਈ ਜਾ ਸਕਦੀ, ਐਡਵਾਈਜ਼ਰੀ ਬੋਰਡ ਨੂੰ ਰਿਕਮੈਂਡ ਕਰੇ ਬਿਨਾਂ, ਬਿਲਕੁਲ। ਫਿਰ ਉਹਦੇ ਲਈ ਇੱਕ ਹਾਈ ਕੋਰਟ ਬਣਦੀ ਆ, ਹਾਈ ਕੋਰਟ ਦੇ ਜੱਜ ਦੀ, ਜਿਵੇਂ ਆਪਣੇ ਪੰਜਾਬ ਦੇ ਜਿਹੜੇ ਮੁੰਡੇ ਅਰੈਸਟ ਹੋਏ ਆ ਉਹ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਦੇ ਐਕਟ 'ਚ ਅਰੈਸਟ ਹੋਏ ਆ, ਅਤੇ ਉਹ ਜਿਹੜਾ NSA ਐਕਟ ਆ ਉਹ ਪਾਰਲੀਮੈਂਟ ਦਾ ਬਣਾਇਆ ਹੋਇਆ ਲਾਅ ਐਂਡ ਆਰਡਰ ਨੂੰ ਲੈ ਕੇ, ਅਤੇ ਉਹਦੇ 'ਚ ਜਿਹੜੇ ਬੰਦੇ ਅਰੈਸਟ ਹੋਏ ਆ ਉਹਨਾਂ ਨੂੰ ਇੱਕ ਬੋਰਡ ਬਣਿਆ ਹੈ ਜਿਹੜਾ ਕੰਸਰਨਡ ਸਟੇਟ ਦੀ ਹਾਈ ਕੋਰਟ ਦਾ ਹੀ ਹੁੰਦਾ ਹੈ, ਅਤੇ ਉਹ ਰਿਕਮੈਂਡ ਕਰੂਗਾ ਕਿ ਅੱਗੇ 3 ਮਹੀਨਿਆਂ ਤੋਂ ਬਾਅਦ ਉਹਨਾਂ 'ਤੇ ਕੀ ਵਿਚਾਰ ਕਰਨਾ ਹੈ ਆਪਾਂ। ਠੀਕ ਆ। ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ, ਇਹ ਆ ਜਾਓ ਵੀ ਨੈਕਸਟ 25ਵਾਂ ਸਵਾਲ। ਕਹਿੰਦੇ ਜਿਹੜੀਆਂ ਹੇਠਲੀਆਂ ਅਦਾਲਤਾਂ ਦੇ ਸੰਦਰਭ ਦੇ ਵਿੱਚ, ਤੁਸੀਂ ਆਹ ਗੱਲ ਮੈਨੂੰ ਦੱਸੋ ਜੋ ਵੀ ਇੱਥੇ ਹੈਗੀ ਹੈ, ਹੇਠਲੀਆਂ ਅਦਾਲਤਾਂ ਦੇ ਸੰਦਰਭ ਦੇ ਵਿੱਚ ਕਹਿੰਦੇ ਜਿਹੜਾ ਜੁਡੀਸ਼ੀਅਲ ਸਰਵਿਸਿਜ਼ ਹੁੰਦੀਆਂ ਸਟੇਟ ਦੀਆਂ ਜੁਡੀਸ਼ੀਅਲ ਸਰਵਿਸਿਜ਼ ਦਾ ਮਤਲਬ ਹੁੰਦਾ ਡਿਸਟ੍ਰਿਕਟ ਕੋਰਟ ਥਲੜੀਆਂ ਹੋਰ ਅਦਾਲਤਾਂ। ਕਹਿੰਦਾ ਇੱਥੇ ਪੋਸਟਿੰਗ ਤੇ ਪ੍ਰਮੋਸ਼ਨ ਦਾ ਸਾਰਾ ਕੰਟਰੋਲ ਸਟੇਟ ਗੌਰਮੈਂਟ ਕੋਲ ਹੁੰਦਾ ਹੈ। ਬਿਲਕੁਲ ਗਲਤ, ਹਾਈ ਕੋਰਟ ਕੋਲ। ਜੱਜਾਂ ਦੀ ਲੋਅਰ ਜੁਡੀਸ਼ਰੀ ਦੇ ਜੱਜਾਂ ਦੀਆਂ ਟਰਾਂਸਫਰਸ ਹਾਈ ਕੋਰਟ ਕਰਦੀ ਹੈ, ਨਾ ਕਿ ਸਟੇਟ ਗੌਰਮੈਂਟ। ਸੈਸ਼ਨ ਜੱਜ ਜਿਹੜਾ ਹੈ ਉਹਦੇ ਕੋਲ ਪੂਰੀ ਤਾਕਤ ਹੁੰਦੀ ਆ ਕਿ ਉਹ ਕਿਸੇ ਨੂੰ ਮੌਤ ਦੀ ਸਜ਼ਾ ਤੱਕ ਦੇ ਸਕਦਾ ਹੈ। ਬਿਲਕੁਲ ਸਹੀ, ਉਹ ਅੱਡ ਗੱਲ ਆ, ਸਰਟੀਫਿਕੇਸ਼ਨ ਸੁਪਰੀਮ ਉੱਥੇ ਹਾਈ ਕੋਰਟ ਤੋਂ ਹੁੰਦੀ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜਾ ਹੈ ਉਹ ਕ੍ਰਿਮੀਨਲ ਕੇਸਾਂ ਨਾਲ ਡੀਲ ਕਰਦਾ ਹੈ। CJM ਕੋਰਟ ਜਿਹੜੀ ਸੈਸ਼ਨ ਕੋਰਟ ਤੋਂ ਥੱਲੇ ਹੁੰਦੀ ਹੈ ਉਹ 7 ਸਾਲ ਤੱਕ ਦੀ ਸਜ਼ਾ ਦੇ ਸਕਦੀ ਹੈ। ਬਿਲਕੁਲ ਸਹੀ, ਆ ਤੁਹਾਡੇ ਸਾਹਮਣੇ ਹੀ ਆ। ਸੋ ਆਨਸਰ ਆ ਗਿਆ ਇਹਦਾ 2 ਤੇ 3। ਪਹਿਲੇ 'ਚ ਕੀ ਗਲਤੀ? ਅੱਛਾ ਠੀਕ ਆ, ਪਹਿਲਾ ਗਲਤ ਆਪਾਂ ਡਿਕਲੇਅਰ ਕਰ ਹੀ ਦਿੱਤਾ। ਸੋ ਜਿਹਨੂੰ ਲੱਗਦਾ ਹੈ ਕਿ ਸਬਆਰਡੀਨੇਟ ਕੋਰਟਸ ਨੂੰ ਲੈ ਕੇ ਉਹ ਕੁਝ ਗਲਤ ਪਰ ਕਰ ਸਕਦਾ ਹੈ ਤਾਂ ਉਹ ਠੀਕ ਕਰ ਲੇ। ਸੋ ਇੱਕ ਚੈਪਟਰ ਜਿਹੜਾ ਟੈਸਟ ਸੀਗਾ, ਇਸ ਟੈਸਟ ਦੇ ਨਾਲ ਮੈਂ ਇਹ ਕਿਹਾ ਸੀ ਕਿ ਜੋ ਵੀ ਪਿਛਲੇ 1 ਸਾਲ ਦੇ ਅੰਦਰ ਜਿੱਦਣ ਆਪਾਂ ਇਹ ਰਿਕਾਰਡ ਕਰ ਰਹੇ ਹਾਂ, ਠੀਕ ਆ, ਤਾਂ ਜਿੰਨੇ ਆਪਣੇ ਕੋਲ ਇੰਡੈਕਸ ਆਏ ਆ ਉਹਨਾਂ 'ਚੋਂ ਮੈਂ ਅਗਲੇ 5 ਸਵਾਲ ਪਾਏ ਆ। ਠੀਕ ਆ। ਗਲੋਬਲ ਹੰਗਰ ਇੰਡੈਕਸ ਜਿਹੜਾ ਕਿ 2022 ਦੇ ਅਕਤੂਬਰ 'ਚ ਆਇਆ ਸੀ, IFPRI ਰਿਲੀਜ਼ ਕਰਦੀ ਹੈ ਜਿਹਨੂੰ, ਅਤੇ ਜਿਸ 'ਚ ਭਾਰਤ ਦਾ ਰੈਂਕ ਬਹੁਤ ਪਿੱਛੇ ਆ, 100+ ਹੀ ਆ, ਅਤੇ ਬੜਾ ਸ਼ਰਮਿੰਦਗੀ ਵਾਲਾ ਐਕਟ ਉਹ ਆ। ਅਤੇ ਮੈਂ ਪੜ੍ਹਾਇਆ ਵੀ ਹੋਇਆ ਹੈ ਕਿ 5 ਸਾਲਾਂ ਦਾ ਡਾਟਾ ਚੱਕਿਆ ਜਾਂਦਾ ਹੈ। ਸੋ ਖੈਰ ਕਹਿੰਦੇ ਇਹਦੇ 'ਚ ਕਿਹੜੇ ਇੰਡੀਕੇਟਰਸ ਹੁੰਦੇ ਆ, ਮਾਪਦੰਡ ਹੁੰਦੇ ਆ ਹੈਂਗਰ ਦੇਖਣ ਵਾਸਤੇ? ਕੁਪੋਸ਼ਣ ਬਿਲਕੁਲ ਹੁੰਦਾ ਹੈ। ਠੀਕ ਆ। ਚਾਈਲਡ ਸਟੰਟਿੰਗ ਹੁੰਦੀ ਹੈ, ਮੋਰਟੈਲਿਟੀ ਹੁੰਦੀ ਆ, ਵੈਸਟਿੰਗ ਹੁੰਦੀ ਆ, ਨਿਓਨੈਟਲ ਰੇਟ ਨਹੀਂ ਹੁੰਦਾ। ਹੁਣ ਤੁਹਾਡੇ ਦਿਮਾਗ 'ਚ ਆਊਗਾ ਕਿ ਸਾਰਾ ਕੁਝ ਸਮਝਾ ਦਿਓ, ਨਾਲ ਦੀ ਨਾਲ ਕੱਲੀ ਚੀਜ਼ ਵੀ ਕਲੀਅਰ ਕਰ ਦਿੰਦਾ। ਅੰਡਰ ਨਿਊਟ੍ਰੀਸ਼ਮੈਂਟ, ਕਿ ਇੱਕ ਬੰਦੇ ਦੇ ਸਰੀਰ ਦੇ ਅੰਦਰ ਉਨੀ ਤੱਤਾਂ ਦੀ, ਨਿਊਟਰੀਐਂਟਸ ਦੀ ਮਾਤਰਾ ਨਹੀਂ ਹੈਗੀ ਜਿੰਨੀ ਰਿਕੁਆਇਰਡ ਆ, ਉਹਨੂੰ ਕਹਿੰਦੇ ਅੰਡਰ ਨਿਊਟ੍ਰਿਸ਼ਡ। ਅੱਗੇ ਹੁੰਦੀ ਹੈ ਚਾਈਲਡ ਵੈਸਟਿੰਗ, ਕਿ ਇੱਕ ਬੰਦੇ ਦੀ ਹਾਈਟ ਦੇ ਮੁਕਾਬਲੇ 'ਚ ਉਹਦਾ ਭਾਰ ਘੱਟ ਆ, ਬਸ ਇਹਨੂੰ ਕਹਿੰਦੇ ਆ ਚਾਈਲਡ ਵੈਸਟਿੰਗ। ਚਾਈਲਡ ਸਟੰਟਿੰਗ, ਉਮਰ ਦੇ ਹਿਸਾਬ ਨਾਲ ਉਚਾਈ ਘੱਟ ਆ, ਹਾਈਟ ਘੱਟ ਆ ਬੰਦੇ ਦੀ, ਲੰਬਾਈ ਘੱਟ ਆ, ਇਹਨੂੰ ਕਹਿੰਦੇ ਆ ਚਾਈਲਡ ਸਟੰਟਿੰਗ। ਮੋਰਟੈਲਿਟੀ ਰੇਟ, ਕਿ 1 ਲੱਖ ਪਿੱਛੇ ਕਿੰਨੇ ਬੱਚੇ 1 ਸਾਲ ਦੇ ਅੰਦਰ ਜਨਮ ਲੈਣ ਤੋਂ 28 ਦਿਨ ਤੋਂ ਬਾਅਦ ਤੇ 1 ਸਾਲ ਦੇ ਅੰਦਰ ਉਹਨਾਂ ਦੀ ਡੈਥ ਹੋ ਗਈ, ਉਹਨੂੰ ਕਹਿੰਦੇ ਚਾਈਲਡ ਮੋਰਟੈਲਿਟੀ ਰੇਟ। ਸੋ ਨਿਓਨੈਟਲ ਕੀ ਹੁੰਦਾ, ਜੋ ਇਹ 'ਚ ਕੰਸੀਡਰ ਨਹੀਂ ਕੀਤਾ ਜਾਂਦਾ, ਜਨਮ ਦੇ 28 ਦਿਨਾਂ ਦੇ ਅੰਦਰ ਮੌਤ, ਉਹਨੂੰ ਨਿਓਨੈਟਲ ਕਿਹਾ ਜਾਂਦਾ ਹੈ। ਸੋ ਉਹ ਨਹੀਂ ਇਹਦੇ 'ਚ ਹੈਗਾ, ਬਾਕੀ ਸਾਰੇ ਫੈਕਟਰ ਹੁੰਦੇ ਆ। ਕਹਿੰਦੇ ਵਰਲਡ ਹੈਪੀਨੈਸ ਰਿਪੋਰਟ 2023,
ਇਹ 28 ਮਾਰਚ ਨੂੰ ਪੇਸ਼ ਕੀਤੀ, 18 ਮਾਰਚ ਨੂੰ ਨਹੀਂ 20 ਮਾਰਚ ਜਿਸ ਦਿਨ ਹੈਪੀਨੈਸ ਡੇ ਹੁੰਦਾ ਉਦੋਂ ਰਿਲੀਜ਼ ਹੁੰਦੀ ਹੈ। ਫਿਨਲੈਂਡ ਲਗਾਤਾਰ 8 ਸਾਲਾਂ ਤੋਂ ਟੌਪਰ ਆ, ਸੋ ਇਹ ਦੂਜੀ ਗੱਲ ਬਿਲਕੁਲ ਸਹੀ ਹੈ। ਇੰਡੀਆ ਦਾ ਰੈਂਕ ਇਸ ਵਾਰ 136 ਆ, ਬਿਲਕੁਲ ਗਲਤ, 126 ਹੈ। ਸੋ ਕਿੱਡੇ ਇੰਪੋਰਟੈਂਟ ਫੈਕਟ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਤੇ। ਸੋ ਆਨਸਰ 2, ਓਨਲੀ 2 ਇਜ਼ ਦੀ ਕਰੈਕਟ ਆਨਸਰ। ਰਿਪੋਰਟ ਕਦੋਂ ਆਉਂਦੀ ਆ, ਠੀਕ ਆ, ਸੋ ਇਹ ਵੀ ਆਪਾਂ ਡਿਸਕਸ ਕਰ ਲਿਆ। UN ਦਾ ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈਟਵਰਕ ਮਤਲਬ UN SDSN ਇਹਨੂੰ ਰਿਲੀਜ਼ ਕਰਦਾ ਹੈ। ਫਿਨਲੈਂਡ ਟੌਪਰ ਆ, ਦੂਜੇ ਤੇ ਡੈਨਮਾਰਕ ਆ, ਠੀਕ ਆ। ਤਾਂ ਅਗਲੀ ਅਫਗਾਨਿਸਤਾਨ ਲਾਸਟ ਤੇ ਆ, ਤੇ ਇੰਡੀਆ ਵੀ 126ਵੇਂ ਨੰਬਰ ਤੇ 146 ਚੋਂ। ਸੋ ਕੋਈ ਬਹੁਤੀ ਵਧੀਆ ਗੱਲ ਤਾਂ ਇੰਡੀਆ ਵਾਸਤੇ ਹੈ ਨਹੀਂ। ਕਹਿੰਦੇ ਇੱਕ US ਤਾਂ ਵੈਸੇ ਹੀ ਲਿਖਿਆ ਗਿਆ, ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦਾ ਇੰਡੈਕਸ ਆ ਜਿਹੜਾ, ਉਹਦੇ 'ਚ ਇੰਡੀਆ 42ਵੇਂ ਨੰਬਰ ਤੇ ਆ, ਬਿਲਕੁਲ ਠੀਕ। ਇਹ ਬੜਾ ਇੰਪੋਰਟੈਂਟ ਇੰਡੈਕਸ ਆ, ਇੰਡੀਆ ਦੇ 40 ਦੇ ਗੇੜ 'ਚ ਰਹਿੰਦਾ। ਇਹਨੂੰ WTO ਰਿਲੀਜ਼ ਨਹੀਂ ਕਰਦਾ, ਇਹ ਯੂਨਾਈਟਿਡ ਨੇਸ਼ਨਸ ਦੀ ਚੈਂਬਰ ਆਫ ਕਮਰਸ ਇੱਕ ਬ੍ਰਾਂਚ ਆ, ਚੈਂਬਰ ਆਫ ਕਮਰਸ, ਉਹ ਰਿਲੀਜ਼ ਕਰਦੀ ਆ। ਤੇ ਇੰਡੀਆ ਦਾ ਇਹਦੇ 'ਚ 42ਵਾਂ ਰੈਂਕ ਆ। ਤੇ ਆਈ ਥਿੰਕ ਇਹਦੇ 'ਚ ਪਹਿਲਾ ਰੈਂਕ ਜਿਹੜਾ ਸੀਗਾ ਉਹ ਅਮਰੀਕਾ ਦਾ ਹੈ। ਤੁਸੀਂ ਪਲੀਜ਼ ਕਨਫਰਮ ਕਰਕੇ ਦੱਸਿਓ। ਹਾਂ, ਅਮਰੀਕਾ ਦਾ ਪਹਿਲਾ ਰੈਂਕ ਆ। ਇੱਕ ਇਹੋ ਜਿਹਾ ਹੋਰ ਇੰਡੈਕਸ ਹੁੰਦਾ ਹੈ, ਠੀਕ ਆ, ਉਹ ਵੀ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ 'ਤੇ ਆ, ਉਹਦਾ ਨਾਮ ਥੋੜ੍ਹਾ ਜਿਹਾ ਹੋਰ ਆ, ਮੈਨੂੰ ਭੁੱਲ ਗਿਆ, ਗਲੋਬਲ ਇਨੋਵੇਸ਼ਨ ਇੰਡੈਕਸ ਆਈ ਥਿੰਕ। ਉਸ ਇੰਡੈਕਸ ਨੂੰ ਰਿਲੀਜ਼ ਕਰਦੀ ਆ ਵਿਪੋ, ਵਰਲਡ ਇੰਟਲੈਕਚੁਅਲ ਪ੍ਰੋਪਰਟੀ ਇੰਡੈਕਸ। ਉਹਦੇ 'ਚ ਸਿੰਗਾਪੁਰ ਪਹਿਲੇ ਨੰਬਰ 'ਤੇ ਆ 23 ਵਾਲੇ 'ਚ। ਇਹ ਕਨਫਰਮ ਕਰ ਲਿਓ, ਵੈਸੇ ਸਿੰਗਾਪੁਰ ਹੀ ਆ, ਪਰ ਫਿਰ ਵੀ ਤੁਸੀਂ ਸ਼ਿਓਰ ਕਰ ਲਿਓ। ਸੋ ਦੋਵਾਂ 'ਚ ਕਨਫਿਊਜ਼ ਕਦੇ ਨਾ ਹੋ ਜਿਓ। ਜੈਂਡਰ ਗੈਪ, ਠੀਕ ਆ, ਤੇ ਐਨਰਜੀ ਟ੍ਰਾਂਜੀਸ਼ਨ, ਕਿ ਦੁਨੀਆ ਦੇ ਵਿੱਚ ਜਿਹੜੀ ਊਰਜਾ ਨੂੰ ਲੈ ਕੇ, ਤੇ ਇੱਕ ਜੈਂਡਰ ਗੈਪ, ਇਹ ਦੋਵੇਂ ਇੰਡੈਕਸ ਵਰਲਡ ਇਕਨੋਮਿਕ ਫੋਰਮ ਦੇ ਆ, ਬਿਲਕੁਲ ਸਹੀ। ਵਰਲਡ ਇਕਨੋਮਿਕ ਫੋਰਮ ਦੇ ਇੰਡੈਕਸ ਪੇਪਰ 'ਚ ਬਹੁਤ ਆਉਂਦੇ ਆ। ਐਨਰਜੀ ਟ੍ਰਾਂਜੈਕਸ਼ਨ 'ਚ ਇੰਡੀਆ ਦਾ ਰੈਂਕ 67ਵਾਂ ਹੈ, ਤੇ ਜੈਂਡਰ ਗੈਪ ਦੇ ਵਿੱਚ 127ਵਾਂ ਹੈ। ਮਤਲਬ ਮਰਦ ਔਰਤਾਂ ਦੇ ਵਿੱਚ ਜਿਹੜਾ ਪਿਛੜਾਪਨ ਆ ਉਹਦੇ 'ਚ ਇੰਡੀਆ ਬਹੁਤ ਪਿੱਛੇ ਆ। ਸੋ ਐਨਰਜੀ ਟ੍ਰਾਂਜੀਸ਼ਨ ਇੰਡੈਕਸ 'ਚ ਇੰਡੀਆ, ਇਹਦਾ ਮਤਲਬ ਇਹ ਆ ਕਿ ਇੰਡੀਆ ਕਿੰਨਾ ਜ਼ਿਆਦਾ ਨਵੀਨਯੋਗ ਊਰਜਾ, ਰੀਨਿਊਏਬਲ ਐਨਰਜੀ ਵੱਲ ਨੂੰ ਟ੍ਰਾਂਜੀਸ਼ਨ ਕਰ ਰਿਹਾ ਹੈ। ਤੇ ਜੈਂਡਰ ਗੈਪ ਦਾ ਮਤਲਬ ਆ ਕਿ ਇੰਡੀਆ 'ਚ ਮਰਦ ਤੇ ਔਰਤਾਂ ਦੇ ਵਿੱਚ ਕਿੰਨਾ ਫਰਕ ਆ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਸੋ ਅਸੀਂ ਇਹਨਾਂ ਨੂੰ ਡਿਸਕਸ ਕਰ ਲਿਆ। ਨੈਕਸਟ 30ਵਾਂ ਤੇ ਲਾਸਟ ਸਵਾਲ ਅੱਜ ਦਾ, ਵਰਲਡ ਏਅਰ ਕੁਆਲਿਟੀ ਰਿਪੋਰਟ, ਠੀਕ ਆ। ਇਹਨੂੰ ਇੱਕ ਇੰਟਰਨੈਸ਼ਨਲ ਕੰਪਨੀ ਆ IQ ਏਅਰ, ਉਹ ਰਿਲੀਜ਼ ਕਰਦੀ ਆ, ਰੱਟਾ ਮਾਰ ਲਓ ਬਿਲਕੁਲ। ਵਰਲਡ ਏਅਰ ਕੁਆਲਿਟੀ ਇੰਡੈਕਸ, ਇਹਨੂੰ ਇਹ, ਉਹਦੇ ਹਿਸਾਬ ਨਾਲ ਦਿੱਲੀ ਇੰਡੀਆ ਦਾ ਸਭ ਤੋਂ ਮੋਸਟ ਪੋਲਿਊਟਡ ਸਿਟੀ ਆ, ਤੇ ਏਅਰ ਕੁਆਲਿਟੀ ਦੇ ਵਿੱਚ ਇੰਡੀਆ ਇਜ਼ 8th ਇਨ ਦੀ ਵਰਸਟ ਏਅਰ ਕੁਆਲਿਟੀ। ਇਸ ਇੰਡੈਕਸ ਇੰਡੀਆ 8ਵੇਂ ਨੰਬਰ ਤੇ ਆ। ਸੋ ਤੀਸਰਾ ਸਹੀ ਆ, ਪਹਿਲਾ ਸਹੀ ਆ। ਸੋ 1 and 3 ਓਨਲੀ। ਸੋ ਇਹਦੀ ਮੈਂ ਡਿਟੇਲ ਵੀ ਥੱਲੇ ਦਿੱਤੀ ਆ ਕਿ ਵਰਲਡ ਏਅਰ ਕੁਆਲਿਟੀ ਰਿਪੋਰਟ ਜਿਹੜੀ ਆ ਇੱਕ IQ ਏਅਰ ਨਾਮ ਦੀ ਕੰਪਨੀ ਰਿਲੀਜ਼ ਕਰਦੀ ਆ। ਦੁਨੀਆ ਦੀ ਸਭ ਤੋਂ ਪੋਲਿਊਟਡ ਸਿਟੀ ਜਿਹੜੀ ਆ ਲਾਹੌਰ ਆ, ਤੇ ਦੁਨੀਆ ਦੀ ਸਭ ਤੋਂ ਪੋਲਿਊਟਡ ਕੈਪੀਟਲ ਜਿਹੜੀ ਆ ਛੱਦ ਦੇਸ਼, ਅਫਰੀਕਨ ਦੇਸ਼ ਆ, ਉਹਦੀ ਜ਼ਮੇਨਾ ਹੈ, ਠੀਕ ਆ। ਦੁਨੀਆ ਦੀ ਸਭ ਤੋਂ ਪੋਲਿਊਟਡ ਸੈਕਿੰਡ ਸਿਟੀ ਨਿਊ ਦਿੱਲੀ ਹੈ, ਤੇ ਇੰਡੀਆ ਦਾ ਸਭ ਤੋਂ ਪੋਲਿਊਟਡ ਸ਼ਹਿਰ ਵੀ ਇਹੀ ਹੈ। ਸੋ ਆਹ ਚੀਜ਼ ਆਪਾਂ ਨੂੰ ਮੋਸਟ ਇੰਪੋਰਟੈਂਟ ਸੀਗੀ, ਠੀਕ ਆ। ਇਸ ਟੈਸਟ ਤੋਂ ਬਾਅਦ ਅਗਲੇ ਸਬਜੈਕਟ ਟੈਸਟਾਂ ਦੀ ਡਿਸਕਸ਼ਨ ਵੀ ਆਊਗੀ। ਜਿਵੇਂ ਆਪਾਂ 2023 ਦੇ ਵਿੱਚ ਆਪਾਂ ਜਿਹੜੀ ਇਹ ਟੈਸਟ ਸੀਰੀਜ਼ ਦੀ ਟੈਸਟ ਡਿਸਕਸ਼ਨ ਕਰ ਰਹੇ ਹਾਂ, ਇਹਦੇ 'ਚ ਜਨਵਰੀ ਤੋਂ ਲੈ ਕੇ ਜੂਨ 2023, ਭਾਵੇਂ ਅਕਤੂਬਰ 2022 ਤੋਂ ਹੀ ਚੱਕ ਲਓ, ਜੂਨ 2023 ਦੇ ਇਸ ਵਾਰ ਦੇ ਇੰਡੈਕਸ ਸੀਗੇ, ਤੇ ਪਲੱਸ ਨਾਲ ਪੋਲਿਟੀ ਦੇ ਕੁਐਸਚਨ ਸੀਗੇ, ਸਿਵਿਕਸ ਐਂਡ ਕੌਨਸਟੀਟਿਊਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸ਼ਡਿਊਲ ਦੇਖੋ, ਤੁਹਾਡੇ WhatsApp ਗਰੁੱਪਸ ਦੇ ਵਿੱਚ ਸ਼ੇਅਰ ਆ। ਦੂਸਰਾ ਟੈਸਟ ਦੇਖੋ, ਟੈਸਟ ਦਿਓ, ਟੈਸਟ ਤੋਂ ਬਾਅਦ ਵੀਡੀਓ ਡਿਸਕਸ਼ਨ ਦੇਖੋ। ਵੀਡੀਓ ਡਿਸਕਸ਼ਨ ਤੋਂ ਕੀ ਸਿੱਖੋ ਕਿ ਕਿੱਥੇ ਕਮੀ ਰਹਿ ਗਈ, ਉਹਨੂੰ ਉਸੇ ਵੀਡੀਓ 'ਚ ਜਾ ਕੇ ਦੇਖੋ। ਡਿਪਰੈਸ਼ਨ 'ਚ ਨਹੀਂ ਜਾਣਾ ਕਿ ਸਵਾਲ ਕਿਸੇ ਤਰੀਕੇ ਨਾਲ ਔਖੇ ਨਹੀਂ ਗੇ, ਟੈਕਨੀਕਲ ਨੇ, ਤੁਸੀਂ ਆਪ ਦਿਮਾਗ ਲਾਉਣਾ ਹੈ। ਪੇਪਰ 'ਚ ਬੈਠੋਗੇ ਤਾਂ ਕੁਛ ਆਉਂਦਾ ਹੋਊਗਾ, ਉਹ ਤਾਂ ਹੀ ਫਾਇਦਾ ਹੈ ਤੁਹਾਨੂੰ, ਠੀਕ ਆ। ਕਮਿਸ਼ਨ ਦੇ ਪੇਪਰ ਹਮੇਸ਼ਾ ਐਵੇਂ ਦੇ ਹੁੰਦੇ ਆ। ਜਦੋਂ ਮੈਂ PSSB ਲੈਵਲ ਦਾ ਪੇਪਰ ਸੈੱਟ ਕਰਦਾ ਤਾਂ ਮੈਨੂੰ ਉਹਦਾ ਦਾਇਰਾ ਵੀ ਪਤਾ ਹੈ, ਪਰ ਜਦੋਂ ਆਪਾਂ ਕਮਿਸ਼ਨ ਦੇ ਪੇਪਰ 'ਚ ਬਹਿੰਦੇ ਹਾਂ ਮੈਨੂੰ ਉਹਦਾ ਦਾਇਰਾ ਵੀ ਸਮਝ ਆਉਂਦਾ ਹੈ। ਸੋ ਆਪਾਂ ਇਹ ਨਾ ਕਹੀਏ ਕਿ ਇਹ ਪੇਪਰ ਨੇ ਸਾਨੂੰ ਡੀਮੋਟੀਵੇਟ ਕਰਤਾ, ਅਸੀਂ ਇਹ ਦੇਖੀਏ ਕਿ ਸਾਡੇ 'ਚ ਕੀ ਕਮੀਆਂ ਰਹਿ ਗਈਆਂ ਕਿ ਇਸ ਟੈਸਟ 'ਚੋਂ ਅਸੀਂ ਕੁਝ ਸਿੱਖ ਨਹੀਂ ਸਕੇ। ਉਮੀਦ ਕਰਦੇ ਹਾਂ ਕਿ ਇਹ ਵਧੀਆ ਲੱਗਿਆ ਹੋਊਗਾ। ਕੋਈ ਵੀ ਐਸਪੀਰੈਂਟ ਸਾਡੇ ਨਾਲ ਕਿਸੇ ਵੀ ਕੋਰਸ ਦੇ ਵਿੱਚ ਜੁੜਨਾ ਚਾਹੁੰਦਾ ਹੈ ਤਾਂ ਸਾਡੀ ਐਪ ਆ ਮਾਸਟਰ ਕਲਾਸਿਸ ਪਟਿਆਲਾ, ਐਂਡਰੋਇਡ 'ਤੇ, ਤੇ ਆਈਫੋਨ 'ਤੇ ਆ ਮਾਈ ਇੰਸਟੀਟਿਊਟ, ਤੇ ORG ਕੋਡ ਆ MVWOG। ਤੇ ਮਾਸਟਰ ਕਲਾਸਿਸ ਪਟਿਆਲਾ ਦੇ YouTube ਚੈਨਲ 'ਤੇ ਪਲੇਲਿਸਟ 'ਚ ਜਾਓ, ਜੋ ਦੇਖਣਾ ਹੈ ਉੱਥੇ ਸਭ ਕੁਝ ਸੈਪਰੇਟ ਕਰਕੇ ਪਿਆ ਹੈ। ਤੇ ਨਹੀਂ ਸਮਝ ਆਉਂਦੀ ਤਾਂ 7708
0072 ਤੇ ਕਾਲ ਕਰਕੇ ਤੁਸੀਂ ਕੁਝ ਵੀ ਪਤਾ ਕਰ ਸਕਦੇ ਹੋ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਹਾਂ ਜੀ, ਧੰਨਵਾਦ।